हाँ जी, मेरे बहुत प्यारे स्टूडेंट्स सब ਨੂੰ बड़ी प्यार भरी सत श्री अकाल। ਬੱਚੇ ਅਸੀਂ ਲੈਸਨ ਕਰ ਰਹੇ ਹਾਂ ਭਾਰਤ ਪਾਕਿਸਤਾਨ ਸੰਬੰਧ। ਸੋ ਭਾਰਤ ਪਾਕਿਸਤਾਨ ਸੰਬੰਧਾਂ ਦੇ ਵਿੱਚ ਮੈਂ ਤੁਹਾਨੂੰ ਸਟਾਰਟਿੰਗ ਕਰਵਾ ਦਿੱਤੀ ਹੈ। ਭਾਰਤ ਅਤੇ ਪਾਕਿਸਤਾਨ ਦੀ ਕੁੜੱਤਣ ਦਾ ਮੁੱਖ ਕਾਰਨ ਸਮਝਾ ਦਿੱਤਾ ਸੀ। ਕਸ਼ਮੀਰ ਸਮੱਸਿਆ ਬਹੁਤ ਜ਼ਿਆਦਾ ਇੰਪੋਰਟੈਂਟ ਸੀ। ਉਸ ਤੋਂ ਇਲਾਵਾ ਕਿਸ ਤਰ੍ਹਾਂ ਜੂਨਾਗੜ੍ਹ ਤੇ ਹੈਦਰਾਬਾਦ ਦੀਆਂ ਰਿਆਸਤਾਂ ਨੇ ਭਾਰਤ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ। ਫਿਰ ਭਾਰਤ ਸਰਕਾਰ ਨੂੰ ਉਹਨਾਂ ਦੇ ਵਿਰੁੱਧ ਕਾਰਵਾਈ ਕਰਨੀ ਪਈ। ਸੋ ਕਾਰਵਾਈ ਕਰਕੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਆਪਾਂ ਕਹਿ ਸਕਦੇ ਹਾਂ ਨਹਿਰੂ ਲਿਆਕਤ ਸਮਝੌਤਾ, ਨਹਿਰੂ ਨੂਨ ਸਮਝੌਤਾ, ਸਿੰਧੂ ਜਲ ਸਮਝੌਤਾ, ਇਹ ਸਾਰੇ ਜਿਹੜੀਆਂ ਸਮਝੌਤੇ ਨੇ ਇਹ ਵੀ ਅਸੀਂ ਕਰ ਲਏ ਹੈ। ਬੱਚੇ ਜਦੋਂ ਅਸੀਂ ਕੋਈ ਸਮਝੌਤਾ ਕਰਦੇ ਹਾਂ ਤਾਂ ਯਾਦ ਰੱਖੋ ਇਹ ਚੰਗੇ ਸੰਬੰਧਾਂ ਦੇ ਵਿੱਚ ਆਉਂਦਾ ਹੈ, ਪਰ ਜਦੋਂ ਤੁਹਾਨੂੰ ਤਣਾਅ ਦੇ ਜਾਂ ਸਮੱਸਿਆ ਦੇ ਕਾਰਨ ਪੁੱਛੇ ਜਾਂਦੇ ਨੇ ਤਾਂ ਅਲੱਗ ਹੁੰਦੇ ਨੇ। ਕਈ ਵਾਰੀ ਕੀ ਹੁੰਦਾ ਹੈ ਕਿ ਸਟੂਡੈਂਟਸ ਕੀ ਕਰਦੇ ਹੈ, ਭਾਰਤ ਪਾਕਿਸਤਾਨ ਵਿਚਕਾਰ ਚੰਗੇ ਸੰਬੰਧ ਆ ਜਾਂਦੇ ਆ ਤਾਂ ਚੰਗੇ ਸੰਬੰਧਾਂ ਦੇ ਵਿੱਚ ਕਈ ਵਾਰ ਸਟੂਡੈਂਟਸ ਕੀ ਕਰ ਦਿੰਦੇ ਨੇ, ਵਿਵਾਦ ਲਿਖ ਦਿੰਦੇ ਨੇ। ਸੋ ਵਿਵਾਦ ਨਹੀਂ ਲਿਖਣੇ। ਵਿਵਾਦ ਸਮੱਸਿਆਵਾਂ ਤਣਾਅ ਦੇ ਕਾਰਨ ਅਲੱਗ ਨੇ ਤੇ ਸਮਝੌਤੇ ਅਲੱਗ ਨੇ। ਠੀਕ ਹੈ ਜੀ। ਸੋ ਤੋਂ ਅਸੀਂ ਸਟਾਰਟਿੰਗ ਕਰ ਲਈ ਸੀ। ਠੀਕ ਹੈ, ਅੱਜ ਅਸੀਂ ਰਣ ਕੱਛ ਵਿਵਾਦ ਦੇ ਉੱਤੇ ਲਾਸਟ ਦੇ ਵਿੱਚ ਜਿੱਥੋਂ ਮੈਂ ਛੱਡਿਆ ਸੀ ਪਹਿਲੀ ਵੀਡੀਓ, ਉਹ ਬੱਚੇ ਕੀ ਹੈ, ਰਣ ਕੱਛ ਵਿਵਾਦ। ਸੋ ਰਣ ਕੱਛ ਵਿਵਾਦ ਤੁਸੀਂ ਨੋਟ ਕਰੋ ਕਿ ਭਾਰਤ ਪਾਕਿਸਤਾਨ ਦੇ ਵਿਚਕਾਰ ਅਗਲੇ ਝਗੜੇ ਦਾ ਕਾਰਨ ਹੈਗਾ ਰਣ ਕੱਛ ਵਿਵਾਦ 1965। ਠੀਕ ਹੈ ਜੀ। ਹੁਣ ਰਣ ਕੱਛ ਕਿਹੜਾ ਹੈ? ਰਣ ਕੱਛ, ਕੱਛ ਦਾ ਏਰੀਆ, ਕੱਛ ਦਾ ਏਰੀਆ ਯਾਦ ਰੱਖਣਾ ਹੈ ਕਿੱਥੇ ਹੈ। ਦੇਖੋ ਭਾਰਤ ਦੀ ਸੀਮਾ ਪਾਕਿਸਤਾਨ ਨਾਲ ਕਿੱਧਰੋਂ ਕਿੱਧਰੋਂ ਲੱਗਦੀ ਹੈ। ਜੇ ਤੁਸੀਂ ਪਾਕਿਸਤਾਨ ਦਾ ਨਕਸ਼ਾ ਮੈਂ ਤੁਹਾਨੂੰ ਦਿਖਾਇਆ ਸੀਗਾ, ਜੰਮੂ ਕਸ਼ਮੀਰ ਤੋਂ ਵੀ ਲੱਗਦੀ ਹੈ। ਠੀਕ ਹੈ ਜੀ। ਪੰਜਾਬ ਨਾਲ ਵੀ ਲੱਗਦੀ ਹੈ, ਆਪਣਾ ਪਠਾਨਕੋਟ, ਅੰਮ੍ਰਿਤਸਰ, ਬਾਘਾ ਬਾਰਡਰ, ਇਹ ਸਾਰਾ ਏਰੀਆ ਲੱਗਦਾ। ਇਸੇ ਤਰੀਕੇ ਦੇ ਨਾਲ ਰਾਜਸਥਾਨ ਤੋਂ ਵੀ ਲੱਗਦੀ ਹੈ। ਠੀਕ ਹੈ ਨਾ, ਗੁਜਰਾਤ ਤੋਂ ਵੀ ਲੱਗਦੀ ਹੈ। ਸੋ ਕੱਛ ਇੱਕ ਏਰੀਏ ਦਾ ਨਾਮ ਹੈ। ਠੀਕ ਹੈ। ਮੈਂ ਹਰ ਵੀਡੀਓ ਦੇ ਵਿੱਚ ਹਮੇਸ਼ਾ ਹੀ ਮੈਂ ਦੱਸਿਆ ਬੱਚਿਆਂ ਨੂੰ ਕਿ ਤੁਹਾਨੂੰ ਸ਼ਾਇਦ ਯਾਦ ਹੋਏਗਾ ਰਣ ਕੱਛ ਦਾ ਏਰੀਆ, ਕੱਛ ਦਾ ਏਰੀਆ ਯਾਦ ਹੈ, ਤਾਰਕ ਮਹਿਤਾ ਕਾ ਉਲਟਾ ਚਸ਼ਮਾ। ਉਸ ਸੀਰੀਅਲ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਜੇਠਾ ਲਾਲ ਜੀ ਊਂਟ 'ਤੇ ਬੈਠ ਕੇ ਮਤਲਬ ਉਹ ਚਲੇ ਜਾਂਦੇ ਹੈ, ਰੇਤੀਲਾ ਇਲਾਕਾ ਹੁੰਦਾ ਹੈ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਉਹ ਪਾਕਿਸਤਾਨ ਦੇ ਬਾਰਡਰ 'ਚ ਵੜ ਜਾਂਦੇ ਅਤੇ ਉੱਥੋਂ ਦੀ ਆਰਮੀ ਉਹਨਾਂ ਨੂੰ ਫੜ ਲੈਂਦੀ ਹੈ। ਸੋ ਜਿਹੜਾ ਕੱਛ ਦਾ ਏਰੀਆ ਹੈ ਉਹ ਵੀ ਸਾਡੇ ਬਾਰਡਰ ਦਾ ਇੱਕ ਏਰੀਆ ਹੈ, ਰੇਤ ਵਾਲਾ ਇਲਾਕਾ ਹੈ, ਰੇਤੀਲਾ ਇਲਾਕਾ ਹੈ। ਸੋ ਉਹਦਾ ਬਾਰਡਰ ਵੀ ਭਾਰਤ ਪਾਕਿਸਤਾਨ ਦਾ ਬਾਰਡਰ ਨਾਲ ਲੱਗਦਾ ਹੈ। ਸੋ ਤੁਸੀਂ ਨੋਟ ਕਰੋ ਕਿ 1965 ਵਿੱਚ ਪਾਕਿਸਤਾਨ ਨੇ ਭਾਰਤ ਦੇ ਕੱਛ ਏਰੀਏ 'ਤੇ ਹਮਲਾ ਕਰ ਦਿੱਤਾ। ਰਣ ਮੈਨੇ ਯੁੱਧ, ਕੱਛ ਮੈਨੇ ਜਗ੍ਹਾ ਦਾ ਨਾਮ, ਜਗ੍ਹਾ ਦਾ ਨਾਮ ਹੈ ਕੱਛ। ਠੀਕ ਹੈ। ਪਾਕਿਸਤਾਨ ਨੇ ਭਾਰਤ ਦੇ ਕੱਛ ਏਰੀਏ ਉੱਤੇ ਹਮਲਾ ਕਰ ਦਿੱਤਾ। ਰੇਤੀਲੇ ਏਰੀਏ, ਵੈਸੇ ਉੱਧਰ ਹਮਲਾ ਕਰਨਾ ਮੁਸ਼ਕਿਲ ਹੁੰਦਾ ਹੈ, ਪਰ ਪਾਕਿਸਤਾਨ ਨੇ ਹਮਲਾ ਕਰ ਦਿੱਤਾ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਕੀ ਹੋਇਆ, ਜਦੋਂ ਕੱਛ ਦੇ ਉੱਤੇ ਪਾਕਿਸਤਾਨ ਨੇ ਹਮਲਾ ਕਰਨ ਦੀ ਪਹਿਲ ਕੀਤੀ ਤਾਂ ਭਾਰਤ ਨੇ ਯੁੱਧ ਦਾ ਜਵਾਬ ਦੇਣਾ ਹੀ ਦੇਣਾ ਸੀਗਾ, ਕਿਉਂਕਿ ਸਾਡੀਆਂ ਸਾਰੀਆਂ ਸੈਨਾਵਾਂ ਕਿੱਥੇ ਬੈਠੀਆਂ ਨੇ, ਬਾਰਡਰ ਦੇ ਉੱਤੇ ਬੈਠੀਆਂ ਨੇ। ਸੋ ਦੋਨਾਂ ਦੇਸ਼ਾਂ ਵਿਚਕਾਰ ਝਗੜਾ ਸ਼ੁਰੂ ਹੋ ਗਿਆ। ਔਰ ਝਗੜਾ ਸ਼ੁਰੂ ਹੋਣ ਦੇ ਫਿਰ ਕਿਸ ਨੇ ਨਿਪਟਾਰਾ ਕਰਵਾਇਆ? ਇੰਗਲੈਂਡ ਨੇ। ਇੰਗਲੈਂਡ ਵਿੱਚ ਪਿਆ। ਜਿਵੇਂ ਜਦੋਂ ਵੀ ਆਪਣੀ ਕਿਸੇ ਨਾਲ ਲੜਾਈ ਹੁੰਦੀ ਹੈ ਤਾਂ ਕੋਈ ਨਾ ਕੋਈ ਵਿੱਚ ਪੈ ਕੇ ਸਮਝੌਤਾ ਕਰਾਉਂਦਾ ਹੈ, ਠੀਕ ਇਸੇ ਤਰੀਕੇ ਨਾਲ ਇੰਗਲੈਂਡ ਵਿੱਚ ਪਿਆ ਅਤੇ ਇੰਗਲੈਂਡ ਦੇ ਦੋਨਾਂ ਦੇਸ਼ਾਂ ਦੇ ਵਿਚਕਾਰ ਯੁੱਧ ਨੂੰ, ਝਗੜੇ ਨੂੰ ਖਤਮ ਕਰ ਦਿੱਤਾ ਅਤੇ ਕੱਛ ਏਰੀਏ ਦੇ ਨਾਲ ਸੰਬੰਧਿਤ ਇੱਕ ਟ੍ਰਿਬਿਊਨਲ ਵੀ ਬਣਾਇਆ ਗਿਆ, ਇੱਕ ਕੌਂਸਲ ਬਣਾਈ ਗਈ ਜਿਸ ਨੇ ਕੱਛ ਏਰੀਏ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਸੀ। ਸੋ ਤੁਸੀਂ ਇਸ ਪੁਆਇੰਟ ਨੂੰ ਇਸ ਤਰੀਕੇ ਦੇ ਨਾਲ ਲਿਖ ਲਓ ਕਿ 1965 ਦੇ ਵਿੱਚ ਪਾਕਿਸਤਾਨ ਨੇ ਭਾਰਤ ਦੇ ਕੱਛ ਏਰੀਏ ਦੇ ਉੱਤੇ ਹਮਲਾ ਕਰ ਦਿੱਤਾ। ਹਮਲੇ ਦਾ ਭਾਰਤ ਨੇ ਜਵਾਬ ਦਿੱਤਾ। ਦੋਨਾਂ ਦੇਸ਼ਾਂ ਵਿਚਕਾਰ ਤਣਾਅ ਅਤੇ ਯੁੱਧ ਦੀ ਪੋਜੀਸ਼ਨ ਬਣ ਗਈ, ਬਟ ਉਸ ਤੋਂ ਬਾਅਦ ਇੰਗਲੈਂਡ ਦੀ ਵਿਚੋਲਗੀ ਦੇ ਨਾਲ ਇਹ ਜਿਹੜੀ ਪੋਜੀਸ਼ਨ ਹੈ ਇਹ ਝਗੜਾ ਖਤਮ ਕਰ ਦਿੱਤਾ ਗਿਆ ਅਤੇ ਰਣ ਕੱਛ ਏਰੀਏ ਦੇ ਵਿਵਾਦ ਨੂੰ ਸੁਲਝਾਉਣ ਦੇ ਲਈ ਇੱਕ ਟ੍ਰਿਬਿਊਨਲ ਬਣਾਇਆ ਗਿਆ ਅਤੇ ਦੋਨਾਂ ਦੇਸ਼ਾਂ ਵਿਚਕਾਰ ਇੱਕ ਸਮਝੌਤਾ ਕੀਤਾ ਗਿਆ। ਠੀਕ ਹੈ ਬੱਚੇ। ਰਣ ਕੱਛ ਦੇ ਉੱਤੇ ਜਿਹੜਾ ਹੈ ਇਹ ਵੀ ਤੁਹਾਨੂੰ ਅਸੀਂ ਕਹਿ ਸਕਦੇ ਹਾਂ 2 ਨੰਬਰ 'ਚ ਵੀ ਆ ਸਕਦਾ ਹੈ, 4 ਨੰਬਰ 'ਚ ਵੀ ਆ ਸਕਦਾ ਹੈ।
ਉਸ ਤੋਂ ਬਾਅਦ ਅੱਗੇ ਲਿਖੋ ਬੇਟੇ, ਭਾਰਤ ਪਾਕਿਸਤਾਨ ਯੁੱਧ 1965, ਇੰਡੋ ਪਾਕ ਵਾਰ 1965। ਵੈਰੀ 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 ਇੰਪੋਰਟੈਂਟ, ਕਿਤੇ ਵੀ ਤੁਹਾਨੂੰ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ। ਸੋ ਕੀ ਹੈ ਕਿ 1965 ਦੇ ਵਿੱਚ, ਪਹਿਲਾਂ ਤੁਸੀਂ ਲਿਖ ਲਓ, ਫਿਰ ਮੈਂ ਤੁਹਾਨੂੰ ਸਮਝਾ ਵੀ ਦਿੰਦੀ ਹਾਂ ਕਿ 1965 ਦੇ ਵਿੱਚ, ਠੀਕ ਹੈ ਜੀ, ਪਾਕਿਸਤਾਨ ਨੇ ਭਾਰਤ ਉੱਤੇ ਹਮਲਾ ਕੀਤਾ। ਸ਼ੁਰੂਆਤ ਭਾਰਤ ਨੇ ਨਹੀਂ ਕੀਤੀ, ਸ਼ੁਰੂਆਤ ਪਾਕਿਸਤਾਨ ਨੇ ਕੀਤੀ। ਪਾਕਿਸਤਾਨ ਨੇ 1965 ਦੇ ਵਿੱਚ, ਹਾਲਾਂਕਿ ਉਸ ਤੋਂ ਪਹਿਲਾਂ ਰਣਕੱਛ ਵਿਵਾਦ ਦੇ ਵਿੱਚ ਦੋਨਾਂ ਦੇਸ਼ਾਂ ਵਿਚਕਾਰ ਸਮਝੌਤਾ ਵੀ ਹੋਇਆ, ਗੱਲਬਾਤ ਵੀ ਹੋਈ, ਪਰ ਹਜੇ ਉਹ ਗੱਲਬਾਤ ਵਿਚਾਲੇ ਹੀ ਸੀਗੀ। ਤਾਂ 1965 ਦੇ ਵਿੱਚ ਕੀ ਕੀਤਾ ਗਿਆ, ਪਾਕਿਸਤਾਨ ਨੇ ਭਾਰਤ ਦੇ ਉੱਤੇ ਹਮਲਾ ਕਰ ਦਿੱਤਾ। ਸੋ ਤੁਹਾਨੂੰ ਕਈ ਵਾਰੀ 2 ਨੰਬਰ 'ਚ ਕੁਐਸਚਨ ਆ ਸਕਦਾ ਹੈ, ਪਾਕਿਸਤਾਨ ਨੇ ਭਾਰਤ 'ਤੇ ਕਦੋਂ ਹਮਲਾ ਕੀਤਾ। ਤਾਂ ਬੱਚੇ ਉਹ ਵੀ ਤੁਸੀਂ ਯਾਦ ਰੱਖਣਾ ਹੈ, 1965 ਦਾ ਪਹਿਲਾ ਹਮਲਾ, 1971 ਦਾ ਦੂਜਾ ਹਮਲਾ। ਇਹ ਨਹੀਂ ਮੈਂ ਕਹਿੰਦੀ ਕਿ ਇਸ ਤੋਂ ਇਲਾਵਾ ਹਮਲੇ ਨਹੀਂ ਹੋਏ, ਹਮਲੇ ਹੋਏ ਨੇ। ਛੋਟੇ ਕਾਰਗਿਲ ਖੇਤਰ 'ਚ ਹੋਇਆ, ਕਦੇ ਘੁਸਪੈਠ ਹੋ ਗਈ, ਕਦੇ ਰਣਕੱਛ ਦੇ ਏਰੀਏ 'ਚ ਹੋ ਗਿਆ, ਕਿਉਂਕਿ ਜਿੱਥੇ ਜਿੱਥੇ ਸਾਡਾ ਬਾਰਡਰ ਨਾਲ ਲੱਗਦਾ ਉੱਥੇ ਬੜੀ ਵਾਰੀ ਭਾਰਤ ਪਾਕਿਸਤਾਨ ਦੀਆਂ ਸੈਨਾਵਾਂ ਬਾਰਡਰ ਦੇ ਉੱਤੇ ਲੜ ਪੈਂਦੀਆਂ। ਪਰ ਜਿਹੜੇ ਆਪਾਂ ਵੱਡੇ ਯੁੱਧਾਂ ਦੀ ਗੱਲ ਕਰੀਏ ਤਾਂ 1965 ਦਾ ਯੁੱਧ ਉਹਨਾਂ ਵਿੱਚੋਂ ਇੱਕ ਸੀ। ਠੀਕ ਹੈ ਜੀ। ਸੋ ਭਾਰਤ ਨੇ ਕੀ ਕੀਤਾ, ਅਸੀਂ ਕਹਿ ਸਕਦੇ ਹਾਂ ਕਿ ਜਦੋਂ ਪਾਕਿਸਤਾਨ ਨੇ ਭਾਰਤ ਉੱਤੇ ਯੁੱਧ ਕੀਤਾ 1965 ਦੇ ਵਿੱਚ, ਤਾਂ ਭਾਰਤ ਨੇ ਉਸ ਯੁੱਧ ਦਾ ਕਰਾਰਾ ਮੂੰਹ ਤੋੜ ਜਵਾਬ ਦਿੱਤਾ ਅਤੇ ਉਸ ਯੁੱਧ ਦੇ ਵਿੱਚ ਜਿੱਤ ਕਿਹਦੀ ਹੋਈ ਹੈ, ਭਾਰਤ ਦੀ ਹੋਈ ਹੈ। ਇਹ 3 ਚੀਜ਼ਾਂ ਨੋਟ ਕਰੋ ਕਿ ਪਹਿਲੀ ਗੱਲ, ਪਾਕਿਸਤਾਨ ਨੇ 1965 ਵਿੱਚ ਭਾਰਤ 'ਤੇ ਹਮਲਾ ਕੀਤਾ। ਦੂਸਰੀ ਚੀਜ਼, ਇਸ ਯੁੱਧ ਦੇ ਵਿੱਚ ਜਿੱਤ ਕਿਹਦੀ ਹੋਈ, ਭਾਰਤ ਦੀ ਹੋਈ। ਭਾਰਤ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਅਤੇ ਪਾਕਿਸਤਾਨ ਦਾ 740 ਵਰਗ ਮੀਲ ਦਾ ਖੇਤਰ, ਨੋਟ ਕਰ ਲਓ, ਪਾਕਿਸਤਾਨ ਦਾ 740 ਵਰਗ ਮੀਲ ਦਾ ਖੇਤਰ ਜਿਹੜਾ ਹੈ ਉਹ ਭਾਰਤ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਠੀਕ ਹੈ ਨਾ, ਜਿੱਤਿਆ ਵੀ ਭਾਰਤ, ਅਤੇ ਭਾਰਤ ਨੇ 140 ਵਰਗ ਮੀਲ ਦਾ ਜੋ ਖੇਤਰ ਹੈ ਉਹ ਭਾਰਤ ਨੇ ਪਾਕਿਸਤਾਨ ਦਾ ਆਪਣੇ ਏਰੀਏ ਵਿੱਚ ਲੈ ਲਿਆ। ਉਸ ਤੋਂ ਬਾਅਦ ਕੀ ਹੋਇਆ ਕਿ ਦੋਨੋਂ ਦੇਸ਼ਾਂ ਦੇ ਵਿਚਕਾਰ ਫਿਰ ਯੁੱਧਬੰਦੀ ਹੋ ਗਈ। ਯੁੱਧਬੰਦੀ ਮੈਨੇ ਯੁੱਧ ਦਾ ਬੰਦ ਹੋਣਾ। ਠੀਕ ਹੈ, UNO ਵਿੱਚ ਪਿਆ। UNO ਤੁਹਾਨੂੰ ਯਾਦ ਹੋਏਗਾ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ, UNO ਵਿੱਚ ਪਿਆ ਅਤੇ UNO ਦੇ ਵਿੱਚ ਪੈਣ ਦੇ ਨਾਲ ਕੀ ਹੋਇਆ, ਦੋਨਾਂ ਦੇਸ਼ਾਂ ਦੇ ਵਿੱਚ ਯੁੱਧ ਵਿਰਾਮ ਜਾਂ ਯੁੱਧਬੰਦੀ ਹੋ ਗਈ। ਠੀਕ ਹੈ ਜੀ ਬੱਚੇ, ਇਹ ਤੁਹਾਨੂੰ ਬਾਅਦ ਦੇ ਵਿੱਚ ਅਕਸਰ ਮੈਨੂੰ ਬੱਚਿਆਂ ਨੇ ਪੁੱਛਣਾ ਹੈ ਕਿ ਮੈਡਮ 2 ਨੰਬਰ ਦੇ ਕੁਐਸਚਨ ਦੱਸੋ, 4 ਨੰਬਰ ਦੇ ਦੱਸੋ। ਬੱਚੇ ਤੁਹਾਨੂੰ ਕੁਐਸਚਨ ਕਿਤੋਂ ਵੀ ਆ ਸਕਦਾ ਹੈ। ਠੀਕ ਹੈ ਜੀ, ਤੁਹਾਨੂੰ ਇੱਕ ਪਾਸੇ ਸਮਝੌਤੇ ਆ ਸਕਦੇ ਹੈ, ਇੱਕ ਪਾਸੇ ਡੇਟਸ ਆ ਸਕਦੀਆਂ, ਇੱਕ ਪਾਸੇ ਸਮਝੌਤੇ ਆ ਸਕਦੇ ਆ, ਇੱਕ ਪਾਸੇ ਦੇਸ਼ਾਂ ਦੇ ਨਾਮ ਆ ਸਕਦੇ ਆ। ਠੀਕ ਹੈ, ਇਹ ਵੀ ਯੁੱਧ ਵੀ ਆ ਸਕਦੇ ਆ ਕਿ ਭਾਰਤ ਚੀਨ ਯੁੱਧ ਕਦੋਂ ਹੋਇਆ, ਭਾਰਤ ਪਾਕਿਸਤਾਨ ਯੁੱਧ ਪਹਿਲਾ ਕਦੋਂ ਹੋਇਆ, ਦੂਜਾ ਕਦੋਂ ਹੋਇਆ। ਉਧਰੋਂ ਆਪਾਂ 1962, 1965, 1971 ਦੀ ਆਪਸ਼ਨ ਦੇ ਸਕਦੇ ਹਾਂ। ਇੱਧਰਲੇ ਪਾਸੇ ਆਪਾਂ ਦੇਸ਼ਾਂ ਦੇ ਨਾਮ ਦੇ ਕੇ ਮਿਲਾਨ ਵੀ ਕਰ ਸਕਦੇ ਹਾਂ। ਸੋ ਮੈਨੂੰ ਅੱਜ ਹੀ ਕਿਸੇ ਬੱਚੇ ਦਾ ਮੈਸੇਜ ਆਇਆ ਸੀਗਾ ਕਿ ਮੈਮ ਕਿਸੇ ਲੈਸਨ ਦੇ ਵਿੱਚੋਂ ਕਿੰਨੇ ਨੰਬਰ ਦਾ ਪੇਪਰ ਆਉਣਾ ਹੈ। ਸੋ ਬੱਚੇ ਯਾਦ ਰੱਖੋ 40 ਨੰਬਰ ਦਾ ਪੇਪਰ ਆਉਣਾ ਹੈ, ਜਿਹਦੇ ਵਿੱਚ 2 ਨੰਬਰ ਤੇ 4 ਨੰਬਰ ਤੇ 6 ਨੰਬਰ ਦੇ ਕੁਐਸਚਨਸ ਆਣੇ ਹੈ ਔਰ ਪੈਰੇ ਦੇ ਵਿੱਚੋਂ ਕੱਢਣੇ ਵੀ ਆਣੇ ਆ। ਸੋ ਬੱਚੇ, ਇਹ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਕਿ ਕਿਸ ਲੈਸਨ 'ਚੋਂ ਕਿੰਨੇ ਨੰਬਰ ਦਾ ਪੇਪਰ ਆਉਣਾ ਹੈ। ਕਿਸੇ ਪੂਰੇ ਲੈਸਨ 'ਚੋਂ 2 ਨੰਬਰ ਦਾ ਵੀ ਆ ਸਕਦਾ ਹੈ, ਕਿਸੇ 'ਚੋਂ 4 ਦਾ ਆ ਸਕਦਾ ਹੈ, ਕਿਸੇ 'ਚੋਂ 6 ਦਾ ਆ ਸਕਦਾ ਹੈ। ਕਿਸੇ ਲੈਸਨ ਦੇ ਵਿੱਚੋਂ ਇਹ ਵੀ ਹੋ ਸਕਦਾ ਕਿਸੇ ਲੈਸਨ 'ਚੋਂ ਕੋਈ ਕੁਐਸਚਨ ਵੀ ਨਾ ਆਵੇ। ਠੀਕ ਹੈ, ਇਹ ਮਤਲਬ ਪੋਸੀਬਿਲਿਟੀ ਹੈ। ਸੋ ਕਿਉਂਕਿ 40 ਨੰਬਰ ਦਾ ਅਸੀਂ ਕਰਨਾ ਹੈ, ਪਰ ਮੇਰੇ ਹਿਸਾਬ ਦੇ ਨਾਲ ਹਰੇਕ ਲੈਸਨ ਨੂੰ ਜੇ ਕੋਈ ਪੇਪਰ ਸੈਟਰ ਧਿਆਨ ਨਾਲ ਪਾਏਗਾ ਤਾਂ ਵੇਟੇਜ ਜ਼ਰੂਰ ਦਿੱਤੀ ਜਾਏਗੀ। ਸੋ ਤੁਸੀਂ ਹਰ ਲੈਸਨ ਕਰਨਾ ਹੈ। ਹੁਣ ਤਾਂ ਵੈਸੇ ਵੀ ਬੱਚੇ ਅੱਧਾ ਸਿਲੇਬਸ ਤੁਹਾਡਾ ਖਤਮ ਹੋ ਗਿਆ, ਅੱਧਾ ਸਿਲੇਬਸ ਰਹਿ ਗਿਆ ਹੈ। ਅੱਧਾ ਸਿਲੇਬਸ ਕਰਨਾ ਮੈਨੂੰ ਲੱਗਦਾ 12-14 ਚੈਪਟਰ ਕਰਨੇ ਕੋਈ ਮੁਸ਼ਕਿਲ ਨਹੀਂ ਹੈਗੇ। ਸੋ ਤੁਸੀਂ ਸਾਰੇ ਲੈਸਨਸ ਨੂੰ ਧਿਆਨ ਨਾਲ ਕਰਨਾ ਹੈ ਅਤੇ ਕੋਈ ਵੀ ਕੁਐਸਚਨ ਮੈਂ ਬਾਰ-ਬਾਰ ਕਹਿੰਦੀ ਹਾਂ ਕਿ ਤੁਸੀਂ ਛੱਡ ਕੇ ਨਹੀਂ ਆਉਣਾ। ਸੋ ਭਾਰਤ ਪਾਕਿਸਤਾਨ 1965 ਦਾ ਯੁੱਧ ਜਿਹੜਾ ਹੈ ਬੱਚੇ, ਉਹ ਤੁਸੀਂ ਕਰ ਲੈਣਾ ਹੈ। ਉਸ ਤੋਂ ਅਗਲੀ ਗੱਲ, ਜਿਵੇਂ ਮੈਂ ਤੁਹਾਨੂੰ ਆਮ ਤੌਰ 'ਤੇ ਦੱਸਦੀ ਹਾਂ ਕਿ ਜਦੋਂ ਵੀ ਯੁੱਧ ਹੁੰਦਾ ਹੈ ਤਾਂ ਯੁੱਧ ਤੋਂ ਬਾਅਦ ਕੀ ਹੁੰਦਾ ਹੈ, ਯੁੱਧ ਰੁਕਣ 'ਤੇ ਸਮਝੌਤਾ ਕੀਤਾ ਜਾਂਦਾ ਹੈ। ਸਮਝੌਤਾ ਕਰਕੇ ਕੀ ਹੁੰਦਾ ਹੈ ਕਿ ਸ਼ਰਤਾਂ ਮੰਨੀਆਂ ਜਾਂਦੀਆਂ ਨੇ, ਤਾਂ ਜੋ ਕੁਛ ਇੱਕ ਨਿਯਮ ਬਣਾਏ ਜਾਂਦੇ ਨੇ ਜਿਹਦੇ ਨਾਲ ਕੀ ਹੈ ਕਿ ਨਾ ਅੱਗੋਂ ਯੁੱਧ ਨਾ ਹੋਵੇ। ਹੁਣ ਜਿਵੇਂ ਤੁਹਾਡੀ ਆਮ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਹਾਂ 2 ਧੜਿਆਂ ਦੇ ਵਿੱਚ ਲੜਾਈ ਹੋ ਜਾਂਦੀ ਹੈ, ਮੁੰਡਿਆਂ ਦੇ 2 ਧੜਿਆਂ ਵਿੱਚ ਲੜਾਈ ਹੋ ਜਾਂਦੀ ਹੈ,
ਤਾਂ ਉਹ ਲੜਾਈ 'ਚ ਨੁਕਸਾਨ ਦੋਨਾਂ ਦਾ ਹੁੰਦਾ ਹੈ। ਲੜਾਈ ਤੋਂ ਬਾਅਦ ਚਾਹੇ ਪੁਲਿਸ ਵਿੱਚ ਬੈਠੇ, ਚਾਹੇ ਕੋਈ ਮੁਤਬਰ ਬੰਦੇ ਬੈਠਣ, ਉਹ ਸਮਝੌਤਾ ਕਰਵਾਉਂਦੇ ਨੇ। ਸਮਝੌਤੇ ਦੀਆਂ ਕੁਝ ਇੱਕ ਸ਼ਰਤਾਂ ਹੁੰਦੀਆਂ ਜਿਹੜੀਆਂ ਕਿ ਦੋਨਾਂ ਧਿਰਾਂ ਨੂੰ ਮੰਨਣੀਆਂ ਪੈਂਦੀਆਂ ਨੇ। ਤਾਂ ਇਹ ਸਮਝੌਤਾ ਕਰ ਲੈਣਾ ਹੀ ਠੀਕ ਹੁੰਦਾ ਹੈ। ਜਿਵੇਂ ਹੁਣ ਭਾਰਤ, ਆਪਾਂ ਕਹਿ ਸਕਦੇ ਹਾਂ ਅੱਜ ਕੱਲ੍ਹ ਰੂਸ ਅਤੇ ਯੂਕਰੇਨ ਦਾ ਯੁੱਧ ਚੱਲ ਰਿਹਾ ਹੈ, ਤਾਂ ਤੁਸੀਂ ਦੇਖੋ ਤਬਾਹੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਸੋ UN ਵੀ ਕੋਸ਼ਿਸ਼ ਕਰ ਰਹੇ ਆ, ਬਾਕੀ ਦੇਸ਼ ਕੋਸ਼ਿਸ਼ ਕਰ ਰਹੇ ਕਿ ਸਮਝੌਤਾ ਹੋ ਜੇ। ਕੁਝ ਇੱਕ ਸ਼ਰਤਾਂ ਉੱਤੇ ਸਮਝੌਤਾ ਦੋਨਾਂ ਦੇਸ਼ਾਂ ਨੂੰ ਕਰਨਾ ਹੀ ਪਏਗਾ। ਸੋ ਇਸੇ ਤਰੀਕੇ ਦੇ ਨਾਲ ਜਦੋਂ ਭਾਰਤ ਪਾਕਿਸਤਾਨ ਦਾ ਯੁੱਧ ਹੋਇਆ, ਉਸ ਤੋਂ ਬਾਅਦ ਕੀ ਹੈ, ਯੁੱਧ ਦੇ परिणामां ਨੂੰ ਖਤਮ ਕਰਨ ਦੇ ਲਈ, ਅੱਗੋਂ ਯੁੱਧ ਨਾ ਹੋਵੇ, ਦੋਨਾਂ ਦੇਸ਼ਾਂ ਵਿਚਕਾਰ ਇੱਕ ਸਮਝੌਤਾ ਹੋਇਆ ਜਿਹੜਾ ਕਿ ਵੈਰੀ ਇੰਪੋਰਟੈਂਟ ਹੈ। ਸੋ ਤੁਸੀਂ ਲਿਖੋ ਤਾਸ਼ਕੰਦ ਸਮਝੌਤਾ 1966। ਤਾਸ਼ਕੰਦ ਸਮਝੌਤਾ 1960 66, ਠੀਕ ਹੈ ਜੀ। ਤਾਸ਼ਕੰਦ ਜਗ੍ਹਾ ਦਾ ਨਾਮ ਹੈ। ਹੁਣ ਜਦੋਂ ਭਾਰਤ ਪਾਕਿਸਤਾਨ ਦੇ ਵਿਚਕਾਰ 1965 ਵਿੱਚ ਯੁੱਧ ਹੋਇਆ, 1965 ਵਿੱਚ, ਤਾਂ 1966 ਦੇ ਵਿੱਚ ਰੂਸ ਨੇ, ਰਸ਼ੀਆ ਜਿਹਨੂੰ ਆਪਾਂ ਸੋਵੀਅਤ ਸੰਘ, ਪਹਿਲਾਂ ਸੋਵੀਅਤ ਸੰਘ ਦਾ ਨਾਮ ਦਿੰਦੇ ਸੀ, ਅੱਜ ਕੱਲ੍ਹ ਆਪਾਂ ਰਸ਼ੀਆ ਦਾ ਨਾਮ ਦਿੰਦੇ ਹਾਂ। ਸੋ ਸੋਵੀਅਤ ਸੰਘ ਨੇ ਵਿੱਚ ਪਿਆ, ਸੋਵੀਅਤ ਸੰਘ, ਉਹਨੇ ਵਿਚੋਲਗੀ ਦਾ ਕੰਮ ਕੀਤਾ। ਵਿਚੋਲਗੀ ਦਾ ਕੰਮ ਕਰਕੇ ਰੂਸ ਦੀ ਧਰਤੀ 'ਤੇ ਹੀ, ਰੂਸ ਦੇ ਸ਼ਹਿਰ ਤਾਸ਼ਕੰਦ ਵਿਖੇ, ਤਾਸ਼ਕੰਦ ਜਗ੍ਹਾ ਦਾ ਨਾਮ ਹੈ, ਵਿਖੇ ਇੱਕ ਸਮਝੌਤਾ ਕਰਾਇਆ ਗਿਆ ਦੋਨਾਂ ਦੇਸ਼ਾਂ ਦਾ। ਅਤੇ ਉਹ ਸਮਝੌਤੇ ਦੀਆਂ ਸ਼ਰਤਾਂ ਦੋਨਾਂ ਦੇਸ਼ਾਂ ਲਈ ਮੰਨਣੀਆਂ ਜ਼ਰੂਰੀ ਸਨ। ਸੋ ਬੱਚੇ, ਜਿਵੇਂ ਕਿ ਮੈਂ ਤੁਹਾਨੂੰ ਬੜੀ ਸਿੰਪਲ ਤੁਹਾਡੇ ਆਲੇ ਦੁਆਲੇ 'ਤੇ ਐਗਜ਼ਾਮਪਲ ਦਿੰਦੀ ਹਾਂ ਕਿ ਮੰਨ ਲਓ ਤੁਹਾਡੇ ਦੋ ਧੜਿਆਂ ਦੀ ਲੜਾਈ ਹੋ ਗਈ। ਇੱਕ ਕਹਿੰਦਾ ਮੈਂ ਇਹਦੇ ਘਰ ਨਹੀਂ ਜਾਣਾ ਗੱਲ ਕਰਨ, ਦੂਜਾ ਕਹਿੰਦਾ ਮੈਂ ਵੀ ਤੇਰੇ ਘਰ ਨਹੀਂ ਗੱਲ ਕਰਨ ਆਉਣਾ। ਤਾਂ ਕੋਈ ਬੱਚਾ ਜਿਹੜਾ ਬੰਦਾ ਵਿੱਚ ਸਮਝੌਤਾ ਕਰਾ ਰਿਹਾ ਹੁੰਦਾ ਬੱਚੇ, ਉਹ ਕਹਿੰਦਾ ਕਿ ਠੀਕ ਹੈ, ਤੁਸੀਂ ਵੀ ਇਹਦੇ ਘਰ ਨਾ ਜਾਓ, ਤੁਸੀਂ ਵੀ ਨਾ ਜਾਓ, ਇੱਦਾਂ ਕਰੋ, ਮੇਰੇ ਘਰ ਆਓ ਬਈ, ਮੈਂ ਤੁਹਾਡੇ ਦੋਨਾਂ ਨੂੰ ਮੇਰੇ ਘਰੇ ਬੈਠੋ, ਮੈਂ ਤੁਹਾਡਾ ਸਮਝੌਤਾ ਕਰਾਉਣਾ। ਸੋ ਇਹੀ ਕੰਮ ਰੂਸ ਨੇ ਕੀਤਾ। ਭਾਰਤ ਨੂੰ ਵੀ ਬੁਲਾਇਆ ਅਤੇ ਪਾਕਿਸਤਾਨ ਨੂੰ ਵੀ ਬੁਲਾਇਆ, ਅਤੇ ਰੂਸ ਦੀ ਧਰਤੀ, ਰੂਸ ਦੇ ਸ਼ਹਿਰ ਤਾਸ਼ਕੰਦ ਵਿਖੇ ਇੱਕ ਸਮਝੌਤਾ 1966 ਵਿੱਚ ਹੋਇਆ, ਜਿਸ ਨੂੰ ਕਿ ਤਾਸ਼ਕੰਦ ਸਮਝੌਤਾ ਕਿਹਾ ਜਾਂਦਾ ਸੀ। ਤੁਹਾਨੂੰ ਕੁਐਸਚਨ ਇਹ ਪਤਾ ਹੋਣਾ ਚਾਹੀਦਾ ਕਿ 1965 ਦੇ ਯੁੱਧ ਤੋਂ ਬਾਅਦ ਤਾਸ਼ਕੰਦ ਸਮਝੌਤਾ ਹੋਇਆ, ਠੀਕ ਹੈ ਜੀ। ਉਹ ਸਮਝੌਤੇ ਵਿੱਚ ਦੋਨੋਂ ਦੇਸ਼ਾਂ ਨੂੰ ਸਮਝਾਇਆ ਗਿਆ, ਸ਼ਰਤਾਂ ਰੱਖੀਆਂ ਗਈਆਂ ਕਿ ਦੋਨੋਂ ਦੇਸ਼ ਇੱਕ ਦੂਜੇ ਦੇ ਅੰਦਰੂਨੀ ਕੰਮਾਂ ਵਿੱਚ ਦਖਲ ਨਹੀਂ ਦੇਣਗੇ, ਦੋਨੋਂ ਦੇਸ਼ ਇੱਕ ਦੂਜੇ ਦੀ ਸੀਮਾ ਰੇਖਾ ਦਾ, ਬਾਰਡਰ ਦਾ ਉਲੰਘਣ ਨਹੀਂ ਕਰਨਗੇ। ਇਸ ਤੋਂ ਇਲਾਵਾ ਉੱਥੇ ਹੀ ਸਮਝੌਤਾ ਕਰਾਇਆ ਗਿਆ ਕਿ ਭਾਰਤ ਨੇ ਜੋ 740 ਵਰਗ ਮੀਲ ਦਾ ਖੇਤਰ ਪਾਕਿਸਤਾਨ ਦਾ ਆਪਣੇ ਕਬਜ਼ਾ ਕਰ ਲਿਆ ਸੀ, ਯੁੱਧ ਦੇ ਦੌਰਾਨ ਭਾਰਤ ਨੇ ਅਧਿਕਾਰ ਜਮਾ ਲਿਆ ਸੀ, ਉਹ ਭਾਰਤ ਨੇ ਪਾਕਿਸਤਾਨ ਨੂੰ ਮੋੜ ਦਿੱਤਾ। ਮਤਲਬ ਸਮਝੌਤਾ ਇਸ ਗੱਲ 'ਤੇ ਹੋਇਆ ਕਿ ਅੱਜ ਤੋਂ ਬਾਅਦ ਫਿਰ ਤੁਸੀਂ ਨਹੀਂ ਕਰਨਾ, ਅੱਜ ਅਸੀਂ ਤੁਹਾਡਾ ਏਰੀਆ ਤੁਹਾਨੂੰ ਵਾਪਸ ਕਰ ਰਹੇ ਹਾਂ, ਠੀਕ ਹੈ ਜੀ। ਸੋ ਤੁਹਾਨੂੰ ਡੇਟ ਆ ਸਕਦੀ ਹੈ, ਤਾਸ਼ਕੰਦ ਸਮਝੌਤਾ ਕਦੋਂ ਹੋਇਆ, 1966। ਕਿੱਥੇ ਹੋਇਆ, ਰੂਸ ਦੀ ਧਰਤੀ ਦੇ ਉੱਤੇ, ਠੀਕ ਹੈ ਜੀ। ਕਿਹੜੇ ਦੋ ਦੇਸ਼ਾਂ ਵਿਚਕਾਰ ਹੋਇਆ, ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ। ਸੋ ਵਿਚੋਲਗੀ ਕਿਹਨੇ ਕੀਤੀ, ਕਿਹਨੇ ਸਮਝੌਤਾ ਕਰਵਾਇਆ, ਰਸ਼ੀਆ ਨੇ ਕਰਵਾਇਆ, ਠੀਕ ਹੈ। ਇੱਕ ਚੀਜ਼ ਤੁਸੀਂ ਹੋਰ ਲਿਖ ਲਓ, ਪ੍ਰਧਾਨ ਮੰਤਰੀ ਸਾਡੇ ਲਾਲ ਬਹਾਦੁਰ ਸ਼ਾਸਤਰੀ, ਵੈਰੀ ਇੰਪੋਰਟੈਂਟ, ਲਾਲ ਬਹਾਦੁਰ ਸ਼ਾਸਤਰੀ, ਅਤੇ ਪਾਕਿਸਤਾਨ ਦੇ ਪ੍ਰਧਾਨ ਸ਼੍ਰੀ ਅਯੂਬ ਖਾਨ। ਭਾਰਤੀ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਅਤੇ ਪਾਕਿਸਤਾਨੀ ਹੈੱਡ ਜਿਹੜੇ ਸੀਗੇ ਸ਼੍ਰੀ ਅਯੂਬ ਖਾਨ, ਇਹਨਾਂ ਦੇ ਵਿੱਚ ਇਹ ਸਮਝੌਤਾ ਹੋਇਆ, ਤਾਸ਼ਕੰਦ ਸਮਝੌਤਾ 1966, ਠੀਕ ਹੈ ਜੀ। ਹੁਣ ਉਸ ਤੋਂ ਅਗਲੀ ਗੱਲ ਕੀ ਹੋ ਗਈ, ਇੱਥੇ ਤੱਕ ਹੋ ਗਿਆ। ਅੱਗੇ ਲਿਖੋ ਬੇਟੇ, ਭਾਰਤ ਪਾਕਿਸਤਾਨ ਯੁੱਧ 1971, ਭਾਰਤ ਪਾਕਿਸਤਾਨ ਯੁੱਧ 1971, ਇੰਡੋ ਪਾਕ ਵਾਰ 1971। ਹੁਣ ਦੇਖੋ 1966 ਵਿੱਚ ਸਮਝੌਤਾ ਹੋਇਆ, 1971 ਦੇ ਵਿੱਚ ਫਿਰ ਯੁੱਧ ਛਿੜ ਗਿਆ, ਕਿਉਂਕਿ ਟਿਕਦੇ ਨਹੀਂ, ਹੈ ਨਾ। ਹੁਣ ਭਾਰਤ ਦਾ ਇਹ ਇਲਜ਼ਾਮ ਹੈ ਕਿ ਪਾਕਿਸਤਾਨ ਨਹੀਂ ਟਿਕਦਾ, ਪਾਕਿਸਤਾਨ ਦਾ ਇਹ ਇਲਜ਼ਾਮ ਹੈ ਕਿ ਭਾਰਤ ਸਾਨੂੰ ਤੰਗ ਕਰਦਾ ਹੈ। ਆਪਾਂ ਭਾਰਤ ਵਿੱਚ ਰਹਿੰਦੇ ਹਾਂ, ਠੀਕ ਹੈ, ਅਸੀਂ ਭਾਰਤ ਦੀ ਗੱਲ ਕਰਾਂਗੇ। ਹੋ ਸਕਦਾ ਪਾਕਿਸਤਾਨ ਵਾਲੇ, ਜਿਵੇਂ ਅਸੀਂ ਕਹਿੰਦੇ ਹਾਂ ਕਿ ਪਾਕਿਸਤਾਨ ਸਾਡੇ ਅੱਤਵਾਦੀ ਗਤੀਵਿਧੀਆਂ ਕਰਦਾ ਹੈ, ਹੋ ਸਕਦਾ ਹੈ ਭਾਰਤ ਦੇ ਉੱਤੇ ਵੀ ਉਹ ਇਲਜ਼ਾਮ ਲਗਾਉਂਦੇ ਹੋਣ। ਸੋ 1971 ਵਿੱਚ ਇੱਕ ਵਾਰ ਫਿਰ ਪਾਕਿਸਤਾਨ ਨੇ ਭਾਰਤ ਉੱਤੇ ਹਮਲਾ ਕਰ ਦਿੱਤਾ। ਪਹਿਲਾਂ ਤੁਸੀਂ ਲਿਖੋ ਇੰਡੋ ਪਾਕ ਵਾਰ 1971, ਠੀਕ ਹੈ ਜੀ। ਹੁਣ 1971 ਦੇ ਬੱਚੇ ਮੈਂ ਤੁਹਾਨੂੰ ਗੱਲ ਬੰਗਲਾਦੇਸ਼ ਜਦੋਂ ਮੈਂ ਕਰਾਇਆ ਸੀ ਉਦੋਂ ਮੈਂ ਸਮਝਾਈ ਸੀ। ਹੁਣ 1971 'ਚ ਕੀ ਹੋਇਆ, ਬੰਗਲਾਦੇਸ਼ ਕੀ ਸੀਗਾ, ਯਾਦ ਕਰੋ, ਪੂਰਬੀ ਪਾਕਿਸਤਾਨ, ਠੀਕ ਹੈ ਜੀ। ਬੰਗਲਾਦੇਸ਼ ਪੂਰਬੀ ਪਾਕਿਸਤਾਨ ਸੀ, ਅਤੇ ਜਿਹਦੀ ਆਪਾਂ ਪਾਕਿਸਤਾਨ ਦੀ ਗੱਲ ਕਰ ਰਹੇ ਹਾਂ ਉਹ ਪੱਛਮ ਦੇ ਵਿੱਚ ਹੈ,
मैं तुहानूं ਬੰਗਲਾਦੇਸ਼ ਵੇਲੇ ਇਹ ਚੀਜ਼ ਕਰਾਈ ਸੀ। ਜਿਹੜੇ ਬੱਚਿਆਂ ਨੇ ਲੈਕਚਰ नहीं सुनिया ਬੰਗਲਾਦੇਸ਼ वाली वीडियो जरूर देख लैन। नक्शा भी मैं दिखाया सी। पूर्वी पाकिस्तान ਬੰਗਲਾਦੇਸ਼ ਤਾਂ ਬਾਅਦ ਦੇ ਵਿੱਚ ਬਣਿਆ। पूर्वी पाकिस्तान ਦੇ ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ। ठीक है जी। ਉੱਥੇ ਸੰਘਰਸ਼ ਸ਼ੁਰੂ ਹੋ ਗਿਆ, ਆਜ਼ਾਦੀ ਲਈ ਸੰਘਰਸ਼ ਅਧਿਕਾਰਾਂ ਲਈ ਸ਼ੁਰੂ ਹੋ ਗਿਆ। ਸੋ ਭਾਰਤ ਵੀ ਉਹਨੂੰ ਹੈਲਪ ਕਰ ਰਿਹਾ ਸੀ, ਕਿਤੇ ਨਾ ਕਿਤੇ ਭਾਰਤ ਵੀ ਪੂਰਬੀ ਪਾਕਿਸਤਾਨ ਨੂੰ ਹੈਲਪ ਕਰ ਰਿਹਾ ਸੀ। ਜਦੋਂ ਪੂਰਬੀ ਪਾਕਿਸਤਾਨ ਦੇ ਵਿੱਚ ਇਲੈਕਸ਼ਨਸ ਕਰਾਏ ਗਏ ਤਾਂ ਉਹਨਾਂ ਦੇ ਰਹਿਮਾਨ ਜੋ ਉਹਨਾਂ ਦੇ ਲੀਡਰ ਸੀ ਮੁਜੀਬ ਰਹਿਮਾਨ, ਉਹਨਾਂ ਦੀ ਅਗਵਾਈ ਦੇ ਅਧੀਨ ਇਲੈਕਸ਼ਨ ਕਰਵਾਏ ਗਏ। ਉਹਨਾਂ ਦੀ ਜਿੱਤ ਵੀ ਹੋਈ, ਪਰ ਕਿਉਂਕਿ ਸਾਰਾ ਆਰਡਰ, ਸਾਰਾ ਰੂਲ, ਸਾਰੇ ਨਿਯਮ ਪੱਛਮੀ ਪਾਕਿਸਤਾਨ ਦੇ ਚੱਲਦੇ ਸੀ ਤਾਂ ਇੱਥੋਂ ਤੱਕ ਕਿ ਮੁਜੀਬ ਰਹਿਮਾਨ ਨੂੰ ਜੇਲ੍ਹ ਦੇ ਵਿੱਚ ਵੀ ਸੁੱਟ ਦਿੱਤਾ ਗਿਆ। ਤੇ ਪਾਕਿਸਤਾਨ ਦੇ ਪੂਰਬੀ ਪਾਕਿਸਤਾਨ ਤੇ ਪੱਛਮੀ ਪਾਕਿਸਤਾਨ ਦੇ ਵਿਚਕਾਰ ਆਪਸ ਦੇ ਵਿੱਚ ਕਲੈਸ਼ ਚੱਲ ਰਿਹਾ ਸੀ, ਕਿਉਂਕਿ ਪੂਰਬੀ ਪਾਕਿਸਤਾਨ ਆਜ਼ਾਦੀ ਦੀ ਮੰਗ ਕਰ ਰਿਹਾ ਸੀ। ਉਹ ਵੈਸੇ ਵੀ ਪਾਕਿਸਤਾਨ ਤੋਂ ਬੜੇ ਦੂਰ ਰਹਿ ਗਏ, ਆਪਣੇ ਅਸਾਮ ਮੇਘਾਲਿਆ ਦੇ ਨੇੜੇ ਆ ਗਏ। ਜਦੋਂ ਤੁਸੀਂ ਇਹ ਦੇਖੋਗੇ ਨਕਸ਼ਾ ਬੱਚੇ ਤੁਹਾਨੂੰ ਯਾਦ ਆ ਜਾਏਗਾ। ਠੀਕ ਹੈ। ਸੋ ਹੋਇਆ ਕਿ ਜਦੋਂ ਉੱਥੇ ਪੂਰਬੀ ਪਾਕਿਸਤਾਨ ਦੇ ਵਿੱਚ ਸਮੱਸਿਆ ਆਉਣੀ ਸ਼ੁਰੂ ਹੋ ਗਈ, ਕਤਲੇਆਮ ਹੋਣਾ ਸ਼ੁਰੂ ਹੋ ਗਿਆ, ਖੂਨ ਖਰਾਬਾ ਸ਼ੁਰੂ ਹੋ ਗਿਆ, ਤਾਂ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਉਹ ਬਾਰਡਰ ਸਾਡੇ ਨਾਲ ਲੱਗਦਾ ਸੀਗਾ, ਸੋ ਉਹ ਵੱਡੀ ਗਿਣਤੀ 'ਚ ਜਿਹੜੇ ਸ਼ਰਨਾਰਥੀ ਸੀਗੇ ਉਹ ਸਾਡੇ ਦੇਸ਼ ਵਿੱਚ ਪੂਰਬੀ ਪਾਕਿਸਤਾਨ ਤੋਂ ਬਣਨੇ ਸ਼ੁਰੂ ਹੋ ਗਏ। ਹੁਣ ਪੰਗਾ ਇਹ ਸੀਗਾ ਕਿ ਸਾਡੀ ਤਾਂ ਆਲਰੇਡੀ ਜਨਸੰਖਿਆ ਇੰਨਾ ਜ਼ਿਆਦਾ ਹੈ, ਸਾਡੀ ਜਨਸੰਖਿਆ ਤਾਂ ਆਪਣੀ ਇੰਨੀ ਜ਼ਿਆਦਾ ਸੀਗੀ। ਸੋ ਜਦੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਨਾਰਥੀ ਸਾਡੇ ਆ ਗਏ, ਸਾਡੀ ਤਾਂ ਪ੍ਰੋਬਲਮ ਆ ਗਈ। ਸਾਡੇ ਤਾਂ ਵੈਸਟ ਬੰਗਾਲ ਨੂੰ ਪ੍ਰੋਬਲਮ ਆ ਗਈ, ਅਸਾਮ ਨੂੰ ਆ ਗਈ, ਮੇਘਾਲਿਆ ਨੂੰ ਆ ਗਈ, ਤ੍ਰਿਪੁਰਾ ਨੂੰ ਆ ਗਈ। ਭਾਰਤ ਦੇ ਲਈ ਉਹ ਇੱਕ ਸਮੱਸਿਆ ਬਣ ਗਈ। ਪੰਗਾ ਦੋਨੋਂ ਪਾਕਿਸਤਾਨਾਂ ਦਾ ਸੀ, ਪੱਛਮੀ ਤੇ ਪੂਰਬੀ ਦਾ। ਬੰਦੇ ਪੂਰਬੀ ਪਾਕਿਸਤਾਨ ਦੇ ਭਾਰਤ ਦੇ ਬਾਰਡਰ ਦੇ ਅੰਦਰ ਆ ਗਏ, ਭਾਰਤ ਲਈ ਸ਼ਰਨਾਰਥੀਆਂ ਦੀ ਸਮੱਸਿਆ ਆ ਗਈ। ਸੋ ਭਾਰਤ ਲਈ ਇਹ ਬੜੀ ਔਖੀ ਸਮੱਸਿਆ ਸੀ। ਸੋ ਭਾਰਤ ਵੀ ਚਾਹੁੰਦਾ ਸੀਗਾ ਕਿ ਜਿਹੜਾ ਪੂਰਬੀ ਪਾਕਿਸਤਾਨ ਹੈ ਉਹ ਅਲੱਗ ਦੇਸ਼ ਬਣ ਜਾਵੇ, ਸੁਤੰਤਰ ਦੇਸ਼ ਬਣ ਜਾਵੇ। ਸੋ ਅਖੀਰ 'ਚ ਕੀ ਹੋਇਆ, 1971 ਦੇ ਵਿੱਚ ਬੰਗਲਾਦੇਸ਼ ਨਾਮ ਦਾ ਇੱਕ ਨਵਾਂ ਦੇਸ਼ ਬਣਿਆ, ਜਿਹੜਾ ਕਿ ਪੂਰਬੀ ਪਾਕਿਸਤਾਨ ਦਾ ਨਵਾਂ ਆਜ਼ਾਦ ਦੇਸ਼ ਕੀ ਬਣ ਗਿਆ, ਬੰਗਲਾਦੇਸ਼। ਜਦੋਂ ਬੰਗਲਾਦੇਸ਼ ਬਣਿਆ ਉਦੋਂ ਭਾਰਤ ਨੇ ਬੰਗਲਾਦੇਸ਼ ਨੂੰ ਪੂਰੀ ਆਪਣੀ ਮਾਨਤਾ ਦਿੱਤੀ ਅਤੇ ਪੂਰੀ ਸਪੋਰਟ ਕੀਤੀ, ਹਰ ਤਰੀਕੇ ਦੀ ਹੈਲਪ ਕੀਤੀ। ਜਦੋਂ ਭਾਰਤ ਬੰਗਲਾਦੇਸ਼ ਵਾਲੇ ਕੇਸ ਦੇ ਵਿੱਚ ਉਲਝਿਆ ਹੋਇਆ ਸੀ, ਸ਼ਰਨਾਰਥੀਆਂ ਦੀ ਸਮੱਸਿਆ ਵਿੱਚ ਉਲਝਿਆ ਹੋਇਆ ਸੀ, ਪਾਕਿਸਤਾਨ, ਪੱਛਮੀ ਪਾਕਿਸਤਾਨ ਜੋ ਅਸਲੀ ਪਾਕਿਸਤਾਨ ਹੈ, ਉਹਨਾਂ ਨੇ ਮੌਕਾ ਲੱਭ ਲਿਆ। ਉਹਨਾਂ ਨੇ ਮੌਕਾ ਲੱਭ ਕੇ ਕੀ ਕੀਤਾ, ਭਾਰਤ ਉੱਤੇ ਹਮਲਾ ਕਰ ਦਿੱਤਾ। ਜਦੋਂ ਸਾਡਾ ਧਿਆਨ ਕਿਸੇ ਹੋਰ ਪਾਸੇ ਲੱਗਿਆ ਹੋਵੇ, ਅਚਾਨਕ ਦੁਸ਼ਮਣ ਉਸ ਚੀਜ਼ ਦਾ ਲਾਭ ਉਠਾ ਲਵੇ ਤੇ ਦੁਸ਼ਮਣ ਸਾਡੇ ਤੇ ਕੀ ਕਰ ਦੇਵੇ, ਅਟੈਕ ਕਰ ਦੇਵੇ। ਹੁਣ ਮੇਰੀ ਗੱਲ ਸਮਝ ਆ ਗਈ। 1971 ਦੀ ਗੱਲ ਕਰ ਰਹੀ ਹਾਂ। 1971 ਦੇ ਵਿੱਚ ਹੀ ਬੰਗਲਾਦੇਸ਼ ਨਾਮ ਦਾ ਨਵਾਂ ਦੇਸ਼ ਬਣਿਆ, ਔਰ ਬੰਗਲਾਦੇਸ਼ ਜੋ ਨਵਾਂ ਦੇਸ਼ ਬਣਿਆ ਉਹ ਪੂਰਬੀ ਪਾਕਿਸਤਾਨ ਸੀ। ਉਹਦੀ ਸੀਮਾ ਸਾਡੇ ਵੈਸਟ ਬੰਗਾਲ, ਅਸਾਮ, ਮੇਘਾਲਿਆ ਤੇ 7 ਸਿਸਟਰਸ ਪੂਰਬੀ ਸਾਈਡ ਦੇ ਉੱਤੇ ਸਾਡੀਆਂ ਲੱਗਦੀਆਂ ਨੇ। ਸੋ ਉਹਨਾਂ ਨੇ ਆਜ਼ਾਦੀ ਮੰਗੀ। ਉਹ ਪੱਛਮੀ ਪਾਕਿਸਤਾਨ ਤੋਂ ਦੂਰ ਵੀ ਸੀ ਤੇ ਉਹਨਾਂ ਦੇ ਇਨਸਾਫ ਤੋਂ ਖੁਸ਼ ਵੀ ਨਹੀਂ ਸੀ। ਇੱਥੇ ਸਮੱਸਿਆ ਆਈ ਤਾਂ ਉਹਨਾਂ ਦੇ ਲੋਕ ਪੂਰਬੀ ਪਾਕਿਸਤਾਨ ਦੇ ਸਾਡੇ ਏਰੀਏ 'ਚ ਵੜਨੇ ਸ਼ੁਰੂ ਹੋ ਗਏ, ਜਿਹਦੇ ਨਾਲ ਭਾਰਤ ਨੂੰ ਲੱਖਾਂ ਦੀ ਗਿਣਤੀ ਵਿੱਚ ਸ਼ਰਨਾਰਥੀਆਂ ਦੀ ਸਮੱਸਿਆ ਆਈ। ਭਾਰਤ ਨੇ ਵੀ ਸਪੋਰਟ ਕੀਤਾ ਅਤੇ ਬੰਗਲਾਦੇਸ਼ ਨਾਮ ਦਾ ਇੱਕ ਨਵਾਂ ਰਾਜ ਬਣਿਆ। ਜਿਸ ਸਮੇਂ ਭਾਰਤ ਅਤੇ ਬੰਗਲਾਦੇਸ਼ ਇਸ ਸਾਰੇ ਜੱਦੋ ਜਹਿਦ ਵਿੱਚ ਲੱਗੇ ਹੋਏ ਸੀਗੇ, ਪੱਛਮੀ ਪਾਕਿਸਤਾਨ ਵਾਲਿਆਂ ਨੇ ਗੁੱਸਾ ਕਰਨ ਦੇ ਲਈ, ਉਹਨਾਂ ਦੇ ਅੰਦਰ ਗੁੱਸਾ ਸੀ ਕਿ ਸਾਡਾ ਪਾਕਿਸਤਾਨ ਦਾ ਹਿੱਸਾ ਸੀਗਾ, ਇਹ ਇਹਨਾਂ ਨੇ ਭਾਰਤ ਵਾਲਿਆਂ ਨੇ ਚੱਕ ਚਕਾ ਕੇ ਨਵਾਂ ਦੇਸ਼ ਬਣਾਤਾ, ਜੋ ਵੀ ਹੈ। ਸੋ ਉਹਨਾਂ ਨੇ ਭਾਰਤ ਦੇ ਉੱਤੇ ਕੀ ਕੀਤਾ, ਸੀਮਾ ਦੇ ਉੱਤੇ ਪੱਛਮੀ ਸਾਈਡ ਤੋਂ ਹਮਲਾ ਕਰ ਦਿੱਤਾ। ਹਮਲਾ ਤਾਂ ਉਹਨਾਂ ਨੇ ਕਰ ਦਿੱਤਾ, ਹਮਲਾ ਫਿਰ ਉਹਨਾਂ ਨੇ ਸ਼ੁਰੂਆਤ ਕਰ ਲਈ। ਪਰ ਉਸ ਹਮਲੇ ਦੇ ਵਿੱਚ ਸਾਡੇ ਜਗਜੀਤ ਸਿੰਘ ਅਰੋੜਾ, ਯਾਦ ਰੱਖਿਓ ਨਾਮ, ਜਗਜੀਤ ਸਿੰਘ ਅਰੋੜਾ ਲੈਫਟੀਨੈਂਟ ਜਿਹੜੇ ਸੀਗੇ ਸਾਡੇ ਜਨਰਲ, ਉਹਨਾਂ ਨੇ ਉਸ ਹਮਲੇ ਦਾ ਬੜਾ ਤਕੜਾ ਜਵਾਬ ਦਿੱਤਾ, ਮੂੰਹ ਤੋੜ ਜਵਾਬ ਦਿੱਤਾ ਅਤੇ ਇੱਕ ਵਾਰ ਫਿਰ ਪਾਕਿਸਤਾਨ ਦੀ ਸੈਨਾ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖਣਾ ਪਿਆ। ਠੀਕ ਹੈ ਜੀ। ਉਸ ਤੋਂ ਇਲਾਵਾ ਪਾਕਿਸਤਾਨ ਦੇ 93,000 ਜੋ ਸੈਨਿਕ ਸੀ ਉਹਨਾਂ ਨੇ ਆਤਮ ਸਮਰਪਣ ਕਰ ਦਿੱਤਾ। ਆਤਮ ਸਮਰਪਣ ਮਤਲਬ ਹੱਥ ਖੜੇ ਕਰ ਦੇਣੇ। ਜਦੋਂ ਦੋ ਸੈਨਾਵਾਂ ਦਾ ਯੁੱਧ ਹੋ ਰਿਹਾ ਹੋਵੇ, ਜੇ ਇੱਕ ਸੈਨਾ ਨੂੰ ਇਹ ਲੱਗੇ ਵੀ ਸਾਡਾ ਤਾਂ ਕੱਖ ਨਹੀਂ ਰਹਿਣਾ, ਜਾਂ ਤਾਂ ਅਸੀਂ ਹਾਰ ਮੰਨ ਲਈਏ
ਜਾਂ ਸਾਡਾ ਲੱਖਾਂ ਦੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ 'ਚ ਸਾਡਾ ਕਤਲੇਆਮ ਹੋ ਜਾਣਾ, ਤਾਂ ਉਹ ਸੈਨਾ, ਤੁਸੀਂ ਪੁਰਾਣੇ ਸਮੇਂ 'ਚ ਵੀ, ਰਾਜਿਆਂ ਦੇ ਸਮੇਂ 'ਚ ਵੀ ਹੁੰਦਾ ਸੀ, ਸੈਨਾ ਆਤਮ ਸਮਰਪਣ ਕਰ ਦਿੰਦੀ ਸੀ। ਆਤਮ ਸਮਰਪਣ ਕਰ ਦੇਣਾ, ਮੈਨੇ ਹੱਥ ਖੜੇ ਤੇ ਕਰ ਦੇਣਾ ਵੀ ਅਸੀਂ ਤੁਹਾਡੇ ਅੱਗੇ ਹਾਰ ਮੰਨ ਲਈ। ਸੋ ਸਾਡੇ ਲੈਫਟੀਨੈਂਟ ਜਗਜੀਤ ਸਿੰਘ ਅਰੋੜਾ ਦੀ ਅਗਵਾਈ ਦੇ ਅਧੀਨ ਸਾਡੀ ਸੈਨਾ ਨੇ ਯੁੱਧ ਲੜਿਆ, ਯੁੱਧ ਦਾ ਜਵਾਬ ਦਿੱਤਾ ਅਤੇ ਪਾਕਿਸਤਾਨ ਦੇ 93,000 ਸੈਨਿਕਾਂ ਨੇ ਭਾਰਤ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ। ਠੀਕ ਹੈ ਜੀ। ਸੋ ਇਹ ਭਾਰਤ ਦੀ ਜਿਹੜੀ ਸੀ, ਇਹ ਇੱਕ ਬਹੁਤ ਵੱਡੀ ਜਿੱਤ ਸੀ। ਜਗਜੀਤ ਸਿੰਘ ਅਰੋੜਾ ਦੀ ਵੀ ਸ਼ਾਬਾਸ਼ ਸੀ, ਸਾਡੀ ਭਾਰਤੀ ਸੈਨਾ ਦੀ ਵੀ ਸ਼ਾਬਾਸ਼ ਸੀ। ਇਸ ਤੋਂ ਇਲਾਵਾ ਬੱਚੇ ਕੀ ਹੈ ਕਿ ਹੋਰ ਮੈਂ ਕੁਝ ਇੰਪੋਰਟੈਂਟ ਦੇਖ ਰਹੀ ਸੀ, ਬਸ ਠੀਕ ਹੈ ਤਕਰੀਬਨ, ਠੀਕ ਹੈ ਜੀ। ਇਹ ਉਸ ਤੋਂ ਇਲਾਵਾ 1971 ਦੇ ਵਿੱਚ ਦਸੰਬਰ 'ਚ ਜਾ ਕੇ ਇਹ ਯੁੱਧ ਖਤਮ ਹੋ ਗਿਆ। ਜਦੋਂ ਆਤਮ ਸਮਰਪਣ ਕਰਤਾ ਤਾਂ ਯੁੱਧ ਖਤਮ ਹੋ ਗਿਆ। ਠੀਕ, ਇੱਕ ਚੀਜ਼ ਮੈਂ ਲੈਸਨ ਤੋਂ ਬਾਹਰ ਜਾ ਕੇ ਤੁਹਾਨੂੰ ਇੰਨਾ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ ਬੱਚੇ, ਜਦੋਂ ਵੀ ਭਾਰਤ ਦੇ ਉੱਤੇ ਯੁੱਧ ਹੋਇਆ, ਚਾਹੇ ਉਹ ਪਾਕਿਸਤਾਨ ਨੇ ਕੀਤਾ, 65 ਦਾ ਯੁੱਧ ਸੀ, ਚਾਹੇ 71 ਦਾ ਯੁੱਧ ਸੀ, ਚਾਹੇ ਚੀਨ ਦਾ ਆਪਾਂ ਪੜਾਂਗੇ 1965 ਦਾ ਯੁੱਧ ਸੀ, ਕਾਰਗਿਲ ਦਾ ਯੁੱਧ ਸੀ, ਸਾਡੇ ਜਿੰਨੇ ਵੀ ਯੁੱਧ ਹੋਏ ਨੇ, ਉਹ ਸਾਰੇ ਯੁੱਧਾਂ ਦੀ ਅਗਵਾਈ ਜਿਹੜੀ ਹੈ ਸਾਡੇ ਲਈ ਮਾਣ ਦੀ ਗੱਲ ਹੈ। ਆਪਾਂ ਪੰਜਾਬ ਤੋਂ ਆ ਕਿ ਸਾਡੇ ਕਿਸੇ ਨਾ ਕਿਸੇ ਪੰਜਾਬੀ ਨਾਇਕ ਨੇ, ਪੰਜਾਬੀ ਸੈਨਿਕ ਨੇ, ਪੰਜਾਬੀ ਲੈਫਟੀਨੈਂਟ ਜਨਰਲ ਕਰਨਲ ਨੇ ਇਹ ਲੜਾਈ ਲੜੀ ਅਤੇ ਭਾਰਤ ਨੂੰ ਜਿੱਤ ਲੈ ਕੇ ਦਿੱਤੀ। ਸੋ ਇਹਨਾਂ ਦੇ ਉੱਤੇ ਬੜੀਆਂ ਮੂਵੀਜ਼, ਜਗਜੀਤ ਸਿੰਘ ਅਰੋੜਾ ਦੇ ਉੱਤੇ ਬੜੀਆਂ ਅੱਛੀਆਂ ਪਿਕਚਰਸ ਵੀ ਬਣੀਆਂ ਹੋਈਆਂ ਨੇ। ਸੋ ਤੁਸੀਂ ਜ਼ਰੂਰ ਦੇਖਿਆ ਕਰੋ ਇੱਦਾਂ ਦੀ ਪਿਕਚਰਸ, ਕਿਉਂਕਿ ਜਦੋਂ ਆਪਾਂ ਲਾਈਵ ਕੋਈ ਚੀਜ਼ ਦੇਖਦੇ ਹਾਂ, ਮੂਵੀ ਦੇ ਰੂਪ 'ਚ ਦੇਖਦੇ ਹਾਂ, ਸੋ ਉਹਦੇ ਨਾਲ ਸਾਨੂੰ ਬਹੁਤ ਮਤਲਬ ਗਿਆਨ ਪ੍ਰਾਪਤ ਹੁੰਦਾ ਹੈ। ਇਸੇ ਤਰੀਕੇ ਨਾਲ ਬਾਰਡਰ ਪਿਕਚਰ ਬਣੀ ਹੈ, ਬਾਰਡਰ ਦੇਖੋ, ਸਨੀ ਦਿਓਲ ਵਾਲੀ ਪਿਕਚਰ ਹੈ, ਉਹ ਵੀ ਬੱਚੇ ਜੇ ਤੁਸੀਂ ਦੇਖੋ ਤਾਂ ਉਹ ਭਾਰਤ ਪਾਕਿਸਤਾਨ ਸਮੱਸਿਆ ਦੇ ਉੱਤੇ ਹੈ। ਉਸ ਤੋਂ ਇਹ ਸਾਬਤ ਹੁੰਦਾ ਕਿ ਕਿੰਨੇ ਸਾਡੇ ਵਿਚਾਰੇ ਲੋਕਾਂ, ਜਿਨ੍ਹਾਂ ਦਾ ਕਸੂਰ ਹੀ ਨਹੀਂ ਸੀ, ਉਹ ਰਸਤੇ ਵਿੱਚ ਕਿਵੇਂ ਮਾਰੇ ਗਏ, ਕਿਵੇਂ ਬੇਘਰ ਹੋ ਗਏ। ਇੱਕ ਚੀਜ਼ ਹੁੰਦੀ ਹੈ ਜੰਗੀ ਕੈਦੀ, ਮੈਂ ਸ਼ਾਇਦ ਅਗਲੀ ਵੀਡੀਓ ਵਿੱਚ ਵੀ ਤੁਹਾਨੂੰ ਇਹ ਦੱਸਾਂ। ਜੰਗੀ ਕੈਦੀ ਦਾ ਮਤਲਬ ਹੁੰਦਾ ਹੈ ਕਿ ਜਿਵੇਂ ਮੰਨ ਲਓ ਦੋ ਦੇਸ਼ਾਂ ਵਿਚਕਾਰ ਜੰਗ ਛਿੜੀ ਹੋਈ ਹੈ, ਤਾਂ ਬੜੇ ਸੈਨਿਕ ਤਾਂ ਮਰ ਜਾਂਦੇ ਨੇ, ਪਰ ਕੁਝ ਇੱਕ ਸੈਨਿਕ ਬੜੀ ਬੁਰੀ ਤਰ੍ਹਾਂ ਘਾਇਲ ਹੋ ਜਾਂਦੇ ਨੇ। ਸੋ ਕੋਸ਼ਿਸ਼ ਕੀਤੀ ਜਾਂਦੀ ਹੈ ਸੈਨਾ ਵੱਲੋਂ ਕਿ ਆਪਣੇ ਘਾਇਲ ਸੈਨਿਕਾਂ ਨੂੰ ਚੱਕ ਕੇ ਵਾਪਸ ਲੈ ਕੇ ਜਾਣ, ਪਰ ਕਈ ਵਾਰੀ ਫੌਜ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ। ਸੋ ਉਹ ਕੀ ਹੁੰਦਾ ਹੈ, ਜਿਹੜੇ ਉਹ ਘਾਇਲ ਸੈਨਿਕ ਹੁੰਦੇ ਨੇ, ਉਹ ਦੂਜੇ ਦੇਸ਼ ਵਾਲੇ ਚੱਕ ਕੇ, ਦੁਸ਼ਮਣ ਦੇਸ਼ ਚੱਕ ਕੇ ਲੈ ਜਾਂਦਾ ਹੈ। ਫਿਰ ਉਹਨਾਂ ਨੂੰ ਕਾਫੀ ਜ਼ਿਆਦਾ ਤਸੀਹੇ ਦਿੱਤੇ ਜਾਂਦੇ ਹੈ, ਟੌਰਚਰ ਕੀਤਾ ਜਾਂਦਾ ਹੈ। ਸੋ ਉਹ ਜਿਹੜੇ ਉਹਨਾਂ ਨੂੰ ਕੈਦ ਵਿੱਚ ਰੱਖਿਆ ਜਾਂਦਾ ਹੈ। ਦੇਜ਼ ਆਰ ਕਾਲਡ ਜੰਗੀ ਕੈਦੀ, ਪ੍ਰਿਜ਼ਨਰਸ ਆਫ ਵਾਰ। ਠੀਕ ਹੈ, ਕਿ ਜਿਹੜੇ ਲੜਾਈ ਦੇ ਦੌਰਾਨ ਜਿਨ੍ਹਾਂ ਨੂੰ ਆਪਾਂ ਨੇ ਕੈਦੀ ਬਣਾ ਲਿਆ। ਸੋ ਬੱਚੇ ਉਹਨਾਂ ਨੂੰ ਕੁੱਟ ਕੇ, ਤਸੀਹੇ ਦੇ ਕੇ, ਬੜੇ ਬੁਰੇ ਤਰੀਕੇ ਦੇ ਨਾਲ ਵਿਵਹਾਰ ਕਰਕੇ ਉਹਨਾਂ ਤੋਂ ਭੇਦ ਕਢਵਾਏ ਜਾਂਦੇ ਹਨ। ਪਰ ਸਰਕਾਰਾਂ ਦੇ ਵਿੱਚ, ਦੇਸ਼ਾਂ ਵਿੱਚ ਇਹ ਸਮਝੌਤੇ ਵੀ ਹੁੰਦੇ ਹਨ ਕਿ ਜੰਗੀ ਕੈਦੀਆਂ ਨੂੰ ਵਾਪਸ ਕਰ ਦਿੱਤਾ ਜਾਂਦਾ। ਕਈ ਵਾਰੀ 20-20, 25-25, 30-30 ਸਾਲ। ਇੱਕ ਪਿਕਚਰ ਆਈ ਸੀ ਵੀਰ ਜ਼ਰਾ, ਸ਼ਾਹਰੁਖ ਖਾਨ ਦੀ ਸੀ ਉਹ, ਵੀਰ ਜ਼ਰਾ। ਤੁਸੀਂ ਇਹ ਜਿਹੜੀਆਂ ਮੂਵੀਜ਼ ਮੈਂ ਕਹਿੰਦੀ ਹੁੰਦੀ ਹਾਂ, ਇਹ ਮੂਵੀਜ਼ ਤੁਸੀਂ ਦੇਖ ਕੇ ਦੇਖਿਆ ਕਰੋ। ਠੀਕ ਹੈ। ਸੋ ਜਗਜੀਤ ਸਿੰਘ ਅਰੋੜਾ ਜੀ ਤੇ ਦੇਖੋ, ਹੁਣ ਪਿੱਛੇ ਜਿਹੜੀ ਭਾਰਤ ਪਾਕਿਸਤਾਨ ਵਿਚਕਾਰ ਉਰੀ ਦੀ ਸਮੱਸਿਆ ਆਈ ਕਿ ਉਹਨਾਂ ਨੇ ਸਰਜੀਕਲ ਸਟ੍ਰਾਈਕਸ ਕੀਤੀਆਂ। ਪਹਿਲਾਂ ਉਹਨਾਂ ਨੇ ਸਾਡੇ ਸੈਨਿਕ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ, ਫਿਰ ਭਾਰਤ ਨੇ ਉਹਨਾਂ ਹਮਲਿਆਂ ਦਾ ਕਿਵੇਂ ਜਵਾਬ ਦਿੱਤਾ, ਸਰਜੀਕਲ ਸਟ੍ਰਾਈਕਸ ਵਾਲਾ। ਉਹ ਬਹੁਤ ਸੋਹਣੀ ਵਿੱਕੀ ਕੌਸ਼ਲ ਦੀ ਪਿਕਚਰ ਆਈ ਹੈ, ਉਹ ਤੁਸੀਂ ਦੇਖਿਆ ਕਰੋ। ਇੱਕ ਅੱਜ ਕੱਲ੍ਹ ਰੀਸੈਂਟਲੀ ਚੱਲ ਰਹੀ ਹੈ ਕਸ਼ਮੀਰ ਸਮੱਸਿਆ ਦੇ ਉੱਤੇ ਮੂਵੀ ਆ ਰਹੀ ਹੈ, ਉਹ ਵੀ ਬੱਚੇ ਦੇਖੋ। ਸੋ ਬਹੁਤ ਅੱਛੀਆਂ ਮੂਵੀਜ਼ ਜਿਹੜੀਆਂ ਕਿ ਅਸਲੀਅਤ ਨੂੰ ਦਿਖਾਉਂਦੀਆਂ, ਜਿਹੜੀਆਂ ਇਤਿਹਾਸ ਨੂੰ ਦਿਖਾਉਂਦੀਆਂ, ਉਹੋ ਜਿਹੀ ਮੂਵੀਜ਼ ਵੀ ਜ਼ਰੂਰ ਦੇਖਿਆ ਕਰੋ। ਇਕੱਲਾ ਪੜ੍ਹਨਾ ਹੀ ਨਹੀਂ ਹੁੰਦਾ, ਵੈਸੇ ਵੀ ਫੋਨਾਂ ਦੇ ਉੱਤੇ ਤੁਸੀਂ ਬਹੁਤ ਸਮਾਂ ਖਰਾਬ ਕਰਦੇ ਹੋ। ਸੋ ਇਹਦੇ ਨਾਲੋਂ ਬੈਟਰ ਹੈ ਕਿ ਤੁਸੀਂ ਇੱਦਾਂ ਦੇ ਸੀਰੀਅਲ ਜਾਂ ਇੱਦਾਂ ਦੀਆਂ ਮੂਵੀਜ਼ ਦੇਖਿਆ ਕਰੋ, ਜਿਹਦੇ ਨਾਲ ਕਿ ਤੁਹਾਨੂੰ ਆਪਣਾ ਇਤਿਹਾਸ ਵੀ ਪਤਾ ਲੱਗੇ, ਪਿਛਲੇ ਇਤਿਹਾਸ ਦੀਆਂ ਗਲਤੀਆਂ ਦਾ ਵੀ ਸਾਨੂੰ ਪਤਾ ਲੱਗੇ, ਅਤੇ ਅਸੀਂ ਅੱਗੇ ਨੂੰ ਵੀ ਉਹਦੇ ਤੋਂ ਚੇਤੰਨ ਰਹਿ ਸਕੀਏ। ਠੀਕ ਹੈ ਜੀ। ਸੋ 1971 ਦਾ ਯੁੱਧ ਜਿਹੜਾ ਹੈ, ਮੈਂ ਤੁਹਾਨੂੰ ਦੱਸਦਾ ਹੈ, ਫਿਰ ਰਿਪੀਟ ਕਰ ਰਹੀ ਹਾਂ। 1971 ਦੇ ਵਿੱਚ ਜਦੋਂ ਪੂਰਬੀ ਪਾਕਿਸਤਾਨ ਦੇ ਵਿੱਚ ਵਿਦਰੋਹ ਚੱਲ ਰਿਹਾ ਸੀ, ਪੂਰਬੀ ਪਾਕਿਸਤਾਨ ਆਜ਼ਾਦੀ ਦੀ ਮੰਗ ਕਰ ਰਿਹਾ ਸੀ, ਅਤਿਆਚਾਰਾਂ ਤੋਂ ਮੁਕਤ ਹੋਣਾ ਚਾਹੁੰਦਾ ਸੀ ਪੱਛਮੀ ਪਾਕਿਸਤਾਨ ਤੋਂ। ਸੋ ਉੱਥੇ ਦੇ ਮਾਹੌਲ ਖਰਾਬ ਹੋਣ ਕਰਕੇ ਕਾਫੀ ਲੱਖਾਂ ਦੀ ਗਿਣਤੀ ਸ਼ਰਨਾਰਥੀ ਭਾਰਤ ਵਿੱਚ ਆਏ, ਜਿਹਦੇ ਨਾਲ ਕਿ ਭਾਰਤ ਨੂੰ ਇੱਕ ਸ਼ਰਨਾਰਥੀਆਂ ਦੀ ਨਵੀਂ ਸਮੱਸਿਆ
ਭਾਰਤ ਦੇ ਅੱਗੇ ਖੜੀ ਹੋ ਗਈ। ਸੋ ਭਾਰਤ ਵੀ ਚਾਹੁੰਦਾ ਸੀ ਕਿ ਪੂਰਬੀ ਪਾਕਿਸਤਾਨ ਇੱਕ ਸੁਤੰਤਰ ਦੇਸ਼ ਬਣੇ। ਸੋ ਭਾਰਤ ਨੇ ਉਹਦੇ ਲਈ ਹੈਲਪ ਵੀ ਕੀਤੀ। 1971 ਦੇ ਵਿੱਚ ਬੰਗਲਾਦੇਸ਼ ਨਾਮ ਦਾ ਨਵਾਂ ਰਾਜ ਪੂਰਬੀ ਪਾਕਿਸਤਾਨ ਤੋਂ ਬਣਿਆ, ਪਰ ਪੱਛਮੀ ਪਾਕਿਸਤਾਨ ਤੋਂ ਇਹ ਬਰਦਾਸ਼ਤ ਨਹੀਂ ਹੋਇਆ। ਉਹਨਾਂ ਨੇ ਭਾਰਤ ਦਾ ਧਿਆਨ ਭੰਗ ਕਰਨ ਦੇ ਲਈ, ਭਾਰਤ ਨੂੰ ਟੌਰਚਰ ਕਰਨ ਦੇ ਲਈ ਉਹਨਾਂ ਨੇ ਭਾਰਤ ਦੀ ਸੀਮਾ ਦੇ ਉੱਤੇ ਪੱਛਮੀ ਸਾਈਡ ਤੋਂ ਹਮਲਾ ਕਰ ਦਿੱਤਾ। ਭਾਰਤ ਨੇ ਇਸ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ। ਉਹਨਾਂ ਦੇ 93,000 ਸੈਨਿਕਾਂ ਨੇ ਆਤਮ ਸਮਰਪਣ ਕਰ ਦਿੱਤਾ। ਜਦੋਂ ਹਾਰ ਗਏ ਤਾਂ ਉਹਨਾਂ ਦਾ ਯੁੱਧ ਖਤਮ ਹੋ ਗਿਆ, ਪਰ ਇਸ ਯੁੱਧ ਨੇ ਮਤਲਬ ਕਾਫੀ ਕੁਝ ਸਾਨੂੰ ਸਿਖਾਇਆ। ਫਿਰ ਯੁੱਧ ਹੋਇਆ, ਜਿਸ ਤਰ੍ਹਾਂ ਪਹਿਲਾਂ 1965 ਦਾ ਯੁੱਧ ਹੋਇਆ ਸੀ, ਉਸ ਤੋਂ ਬਾਅਦ ਸਮਝੌਤਾ ਹੋਇਆ ਸੀ 1966 ਦੇ ਵਿੱਚ ਤਾਸ਼ਕੰਦ ਦਾ। ਹੁਣ ਜਦੋਂ ਯੁੱਧ ਹੋਇਆ 1971 ਦਾ, ਉਸ ਯੁੱਧ ਦੀਆਂ ਘਟਨਾਵਾਂ ਨੂੰ ਖਤਮ ਕਰਨ ਦੇ ਲਈ, ਯੁੱਧ ਤੋਂ ਬਾਅਦ ਸ਼ਾਂਤੀ ਦਾ ਮਾਹੌਲ ਦੇ ਲਈ, ਜਾਂ ਅਸੀਂ ਕਹਿ ਸਕਦੇ ਹਾਂ ਸਮੱਸਿਆ, ਦੋਨਾਂ ਦੇਸ਼ਾਂ ਦੀ ਸਮੱਸਿਆ ਨੂੰ ਸੁਲਝਾਉਣ ਦੇ ਲਈ ਅਗਲਾ ਸਮਝੌਤਾ ਹੋਇਆ, ਜਿਹਨੂੰ ਆਪਾਂ ਕਹਿ ਸਕਦੇ ਹਾਂ ਸ਼ਿਮਲਾ ਸਮਝੌਤਾ 1972। ਸੋ ਜੋ ਸ਼ਿਮਲਾ ਸਮਝੌਤਾ ਹੈ ਬੱਚੇ, ਇਹ ਤੁਹਾਨੂੰ ਮੈਂ ਲਾਈਵ ਕਲਾਸ ਦੇ ਵਿੱਚ ਅਗਲੇ ਪਾਰਟ ਦੇ ਵਿੱਚ ਕਰਵਾਇਆ ਹੈ। ਸੋ ਪਾਕਿਸਤਾਨ ਭਾਰਤ ਰਿਲੇਸ਼ਨ ਦੇ ਉੱਤੇ 3 ਵੀਡੀਓਜ਼ ਬੱਚੇ ਮੈਂ ਤੁਹਾਡੇ ਲਗਾਤਾਰ ਪਾ ਰਹੀ ਹਾਂ। ਮੈਨੂੰ ਲੱਗਦਾ ਹੈ ਕਿ ਜੇ ਭਾਰਤ ਪਾਕਿਸਤਾਨ ਵਿਚਕਾਰ ਚੰਗੇ ਸਮਝੌਤੇ, ਚੰਗੀਆਂ ਗੱਲਾਂ ਆ ਜਾਣਗੀਆਂ ਤਾਂ ਵੀ ਤੁਸੀਂ ਥੋੜ੍ਹੀਆਂ ਜਿਹੀਆਂ ਮੈਂ ਤੀਸਰੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਾਂਗੀ। ਅਤੇ ਜੇ ਮਾੜੇ ਸੰਬੰਧ ਆ ਜਾਂਦੇ ਆ ਤਾਂ ਯਾਦ ਰੱਖਣਾ ਹੈ ਕਸ਼ਮੀਰ ਸਮੱਸਿਆ, ਸ਼ੁਰੂ ਦੇ ਵਿੱਚ ਜੂਨਾਗੜ੍ਹ ਅਤੇ ਦੂਸਰੀ ਹੈਦਰਾਬਾਦ ਬੜੀ ਸਮੱਸਿਆ, 1965 ਦਾ ਯੁੱਧ, 1971 ਦਾ ਯੁੱਧ, ਕਾਰਗਿਲ ਦੀ ਸਮੱਸਿਆ, ਭਾਰਤ ਵਿੱਚ ਕੀਤਾ ਜਾਣ ਵਾਲਾ ਅੱਤਵਾਦ ਅਤੇ ਘੁਸਪੈਠ, ਭਾਰਤੀ ਸੰਸਦ ਉੱਤੇ ਹਮਲਾ, ਤਾਜ ਹੋਟਲ ਉੱਤੇ ਹਮਲਾ, ਉਰੀ ਦੀ ਸਮੱਸਿਆ, ਉਰੀ ਦੇ ਉੱਤੇ ਹਮਲਾ, ਅੱਤਵਾਦੀਆਂ ਨੂੰ ਸਿਖਲਾਈ ਦੇਣੀ, ਪਾਕਿਸਤਾਨ ਦੇ 'ਤੇ ਦੋਸ਼ ਲਗਾਇਆ ਜਾਂਦਾ ਭਾਰਤ ਵੱਲੋਂ ਕਿ ਪਾਕਿਸਤਾਨ ਦੀਆਂ ਜਿੰਨੀਆਂ ਅੱਤਵਾਦੀ ਗਤੀਵਿਧੀਆਂ ਨੇ, ਆਪਾਂ ਨੇ ਬੰਗਲਾਦੇਸ਼ 'ਚ ਵੀ ਤੁਸੀਂ ਯਾਦ ਕਿ ਮੈਂ ਤੁਹਾਨੂੰ ਕਰਾਇਆ ਸੀ, ਜਦੋਂ ਮੈਂ ਬੰਗਲਾਦੇਸ਼ ਕਰਵਾਇਆ ਸੀ ਤਾਂ ਉੱਥੇ ਵੀ ਬੱਚੇ ਮੈਂ ਤੁਹਾਨੂੰ ਦੱਸਿਆ ਸੀ ISI ਐਂਡ ਲਸ਼ਕਰੇ ਤੋਬਾ, ਇਹ ਜਿਹੜੀਆਂ ਆਰਗੇਨਾਈਜੇਸ਼ਨ ਸੀ, ਇਹਨਾਂ ਨੇ ਆਪਣੇ ਅੱਡੇ ਬੰਗਲਾਦੇਸ਼ 'ਚ ਵੀ ਬਣਾ ਲਏ, ਕਿਉਂਕਿ ਬੰਗਲਾਦੇਸ਼ ਵਾਲੀ ਸਾਈਡ ਤੋਂ ਵੀ ਇਹ ਭਾਰਤ ਨੂੰ ਤੰਗ ਕਰਨਾ ਚਾਹੁੰਦੇ ਹਨ। ਸੋ ਇੱਦਾਂ ਦੀਆਂ ਸਾਰੀਆਂ ਸਮੱਸਿਆਵਾਂ ਅਤੇ ਉਹਨਾਂ ਸਮੱਸਿਆਵਾਂ ਨੂੰ ਠੀਕ ਕਰਨ ਦੀ ਲਾਹੌਰ ਬੱਸ ਸੇਵਾ ਸ਼ੁਰੂ ਕਰਨੀ, ਦਿੱਲੀ ਤੋਂ ਬੱਸ ਸੇਵਾ ਸ਼ੁਰੂ ਕਰਨੀ, ਰੇਲ ਸੇਵਾ ਸ਼ੁਰੂ ਕਰਨੀ, ਕਰਤਾਰਪੁਰ ਲਾਂਘਾ ਖੋਲ੍ਹਣਾ, ਨਨਕਾਣਾ ਸਾਹਿਬ ਦੀ ਯਾਤਰਾ ਬਾਰੇ ਸੋਚਣਾ, ਸੋ ਕ੍ਰਿਕਟ ਰਾਜਨੀਤੀ, ਇਹ ਸਭ ਵੀ ਚੰਗੇ ਸੰਬੰਧਾਂ ਦੇ ਵਿੱਚ। ਸੋ ਜਦੋਂ ਤੁਹਾਨੂੰ ਭਾਰਤ ਪਾਕਿਸਤਾਨ ਦੇ 'ਤੇ ਕੁਐਸਚਨ ਆ ਜੇ, ਜੇ ਤਾਂ ਆ ਜੇ ਭਾਰਤ ਪਾਕਿਸਤਾਨ ਸੰਬੰਧ ਦੱਸੋ, ਤਾਂ ਤੁਸੀਂ ਚੰਗੇ ਵੀ ਦੱਸ ਸਕਦੇ ਹੋ, ਮਾੜੇ ਵੀ ਦੱਸ ਸਕਦੇ ਹੋ। ਜੇ ਤੁਹਾਨੂੰ ਇਕੱਲਾ ਕੁਐਸਚਨ ਆ ਜੇ ਭਾਰਤ ਪਾਕਿਸਤਾਨ ਵਿਚਕਾਰ ਤਣਾਅ ਦੇ ਕਾਰਨ ਦੱਸੋ, ਫਿਰ ਤੁਸੀਂ ਜਿਹੜੇ ਮਰਜ਼ੀ ਕਾਰਨ ਲਿਖ ਸਕਦੇ ਹੋ, ਛੋਟੇ ਪੁਆਇੰਟ ਬਣਾ ਕੇ। ਜੇ ਤੁਹਾਨੂੰ ਇਕੱਲਾ ਪਾਰਟੀਕੂਲਰ ਕੁਐਸਚਨ ਹੀ ਆ ਗਿਆ ਕਸ਼ਮੀਰ ਸਮੱਸਿਆ, ਤਾਂ ਇਕੱਲੀ ਕਸ਼ਮੀਰ ਸਮੱਸਿਆ ਲਿਖਿਓ। ਜੇ ਤੁਹਾਨੂੰ ਇਕੱਲਾ ਕੁਐਸਚਨ 1965 ਦਾ ਯੁੱਧ ਆ ਗਿਆ, 1965 ਦਾ ਲਿਖਿਓ, 1972 ਦਾ ਆ ਗਿਆ, 1972 ਦਾ ਲਿਖਿਓ। ਕਈ ਵਾਰੀ 6 ਨੰਬਰ 'ਚ ਅਸੀਂ ਕੁਐਸਚਨ ਪਾ ਦਿੰਦੇ ਹਾਂ, ਭਾਰਤ ਪਾਕਿਸਤਾਨ ਵਿਚਕਾਰ ਤਣਾਅ ਦੇ 6 ਕਾਰਨਾਂ ਦਾ ਵਰਣਨ ਕਰੋ। ਉਹਦੇ ਤੁਸੀਂ 1965 ਦਾ ਯੁੱਧ, 1971 ਦਾ ਯੁੱਧ ਐਂਡ ਕਸ਼ਮੀਰ ਸਮੱਸਿਆ, ਠੀਕ ਹੈ ਜੀ। ਇਸ ਤੋਂ ਇਲਾਵਾ ਅਸੀਂ ਕਹਿ ਸਕਦੇ ਹਾਂ ਭਾਰਤ ਵਿੱਚ ਅੱਤਵਾਦ, ਭਾਰਤੀ ਸੰਸਦ 'ਤੇ ਹਮਲਾ, ਤਾਜ ਹੋਟਲ 'ਤੇ ਹਮਲਾ, ਭਾਰਤ ਵਿੱਚ ਘੁਸਪੈਠ, ਸਰਜੀਕਲ ਸਟ੍ਰਾਈਕਸ, ਬਾਰਡਰ ਰੇਖਾ ਦਾ ਉਲੰਘਣ ਕਰਨਾ, ਇਹ ਸਾਰੇ ਪੁਆਇੰਟ ਤੁਸੀਂ ਤਣਾਅ ਦੇ ਕਾਰਨਾਂ 'ਚ ਪਾ ਸਕਦੇ ਹੋ। ਸੋ ਮੈਨੂੰ ਲੱਗਦਾ ਹੈ ਕਿ ਅਗਲਾ ਜਿਹੜਾ ਪਾਰਟ ਹੈਗਾ ਹੈ, ਦੂਸਰੇ ਯੁੱਧ ਤੋਂ ਬਾਅਦ ਜਿਹੜਾ ਸਮਝੌਤਾ ਹੋਇਆ ਸ਼ਿਮਲਾ ਸਮਝੌਤਾ, ਉਹ ਮੈਂ ਤੁਹਾਨੂੰ ਨੈਕਸਟ ਚੈਪਟਰ ਦੇ ਵਿੱਚ ਰਿਵਾਈਜ਼ ਕਰਾ ਕੇ ਕਰਾਵਾਂਗੀ। ਬੜੇ ਆਰਾਮ ਨਾਲ ਸਮਝ ਕੇ ਕਰੋ, ਆਪਣੇ ਪੇਪਰਾਂ ਦੀ ਤਿਆਰੀ ਕਰੋ। ਮੈਨੂੰ ਜਦੋਂ ਵੀ ਟਾਈਮ ਮਿਲੇਗਾ ਮੈਂ ਤੁਹਾਡੀ ਬਾਰ-ਬਾਰ ਵੀਡੀਓਜ਼ ਪਾਊਂਗੀ ਬੱਚੇ। ਤੁਹਾਡੇ ਪੇਪਰਾਂ ਦੇ ਐਂਡ ਤੱਕ ਮੈਂ ਵੀਡੀਓਜ਼ ਪਾਉਂਦੀ ਰਹਾਂਗੀ, ਇੰਪੋਰਟੈਂਟ ਕੁਐਸਚਨ ਵੀ ਦੱਸਾਂਗੀ। ਮਨੁੱਖੀ ਅਧਿਕਾਰਾਂ ਵਾਲੀਆਂ ਜਿਹੜੀ 2 ਵੀਡੀਓਜ਼ ਹੈ ਉਹ ਵੀ ਮੈਨੂੰ ਯਾਦ ਹੈ, ਬੱਚੇ ਬੜੇ ਮੈਨੂੰ ਮੈਸੇਜ ਕਰ ਰਹੇ, ਉਹ ਵੀ ਬੱਚੇ ਮੈਂ ਕਰਾਂਗੀ। ਹਲੇ ਤੁਸੀਂ ਇਹ ਭਾਰਤ ਪਾਕਿਸਤਾਨ ਵੈਰੀ ਇੰਪੋਰਟੈਂਟ ਹੈ, ਇਹਨੂੰ ਚੰਗੀ ਤਰ੍ਹਾਂ ਕਰ ਲੈਣਾ। ਥੈਂਕ ਯੂ ਵੈਰੀ ਮੱਚ, ਲਵ ਯੂ ਆਲ, ਥੈਂਕ ਯੂ ਬੇਟੇ।